आप लियो तुम कथा सुधारी। सतनाम श्री वाहिगुरु साहिब जी दोहरा। अल्प आहारन होए कर, बैठह आसन धार। दृष्ट ठहरावै नास का, मन ते बासन डार। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु खालसा साध संगत जी, आप जी अत्यंत ਵਡਭਾਗੇ ਹੋ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋ ਕੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਕਲਗੀਧਰ ਪਿਤਾ ਪੰਥ ਦੇ ਵਾਲੀ ਸਾਹਿਬ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਸਤਿਗੁਰੂ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਕਲਗੀਧਰ ਪਾਤਸ਼ਾਹ ਜੀ ਦੀ ਕਥਾ ਸਰਵਣ ਕਰੀਏ। ਜਦੋਂ ਮਾਤਾ ਜੀਤੋ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਪਰਮੇਸ਼ਰ ਦਾ ਗੂੜ ਭੇਦ ਸਮਝਾਓ, ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਦੱਸੋ, ਕਿਉਂਕਿ ਮੁਗਤ ਭੁਗਤ ਜੁਗਤ ਸਤਿਗੁਰਾਂ ਦੇ ਵੱਸ ਹੈ। ਪਰਮੇਸ਼ਰ ਅਕਾਲ ਪੁਰਖ ਸਾਰਿਆਂ ਦੇ ਹਿਰਦੇ 'ਚ ਵਸਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਐਸਾ ਕੋਈ ਜੀਵ ਨਹੀਂ ਜਿਹਦੇ 'ਚ ਵਾਹਿਗੁਰੂ ਦੀ ਜੋਤ ਨਾ ਹੋਵੇ, ਪਰ ਬਿਨਾਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਗੁਰੂ ਨਾ ਕਿਰਪਾ ਕਰੇ, ਪਰਮਾਤਮਾ ਸਾਨੂੰ ਆਪਣੇ ਅੰਦਰੋਂ ਲੱਭਦਾ ਨਹੀਂ। ਹੈ ਸਾਰਿਆਂ ਦੇ ਅੰਦਰ, ਐਸਾ ਕੋਈ ਵੀ ਜੀਵ ਨਹੀਂ। ਪਾਪੀ ਤੋਂ ਪਾਪੀ ਬੰਦੇ ਵਿੱਚ ਵੀ ਪਰਮੇਸ਼ਰ ਓਨਾ ਹੀ ਹੈ ਜਿੰਨਾ ਪੁੰਨੀ ਤੋਂ ਪੁੰਨੀ ਬੰਦੇ 'ਚ ਹੈ। ਓਨਾ ਹੀ ਪਰਮੇਸ਼ਰ ਸਾਧ ਵਿੱਚ ਹੈ ਜਿੰਨਾ ਚੋਰ ਵਿੱਚ ਹੈ। ਜਿੰਨਾ ਚੋਰ ਵਿੱਚ ਹੈ ਓਨਾ ਸਾਧ ਵਿੱਚ ਹੈ। ਫਰਕ ਨਹੀਂ ਹੈ, ਪਰ ਦਿਸਦਾ ਕਿਉਂ ਨਹੀਂ? ਇੱਕ ਪਾਸੇ ਪਾਪਾਂ ਦੀ ਮੈਲ ਇਤਨੀ ਜ਼ਿਆਦਾ ਉੱਪਰ ਚੜ੍ਹੀ ਹੋਈ ਹੈ, ਮੈਂ ਹੀ ਕਰੀ ਜਾਂਦਾ ਹੈ। ਇਸ ਕਰਕੇ ਸਰੂਪ ਦੇ ਦਰਸ਼ਨ ਨਹੀਂ ਹੁੰਦੇ। ਗੁਰੂ ਉਹ ਮੈਂ ਦਾ ਪਰਦਾ ਚੱਕ ਦਿੰਦੇ ਆ ਅਤੇ ਸਰੂਪ ਦੇ ਦਰਸ਼ਨ ਕਰਾ ਦਿੰਦੇ। ਕਲਗੀਧਰ ਪਿਤਾ ਜੀ ਨੇ ਕਿਰਪਾ ਕੀਤੀ, ਆਪਣੀ ਧਰਮ ਪਤਨੀ ਪੂਜਨੀਕ ਸਾਡੇ ਮਾਤਾ ਜੀਤੋ ਜੀ ਨੂੰ ਜਿਹੜੀ ਵਿਧੀ ਦੱਸੀ, ਸਾਧਨਾ ਸਿਮਰਨ ਦੀ ਜੁਗਤੀ ਦੱਸੀ, ਮਾਤਾ ਜੀ ਲਗਾਤਾਰ ਉਹਦਾ ਅਭਿਆਸ ਕਰਨ ਲੱਗ ਪਏ। ਕਿਉਂਕਿ ਸਾਧ ਸੰਗਤ ਜੀ, ਕੋਈ ਵੀ ਕਾਰਜ ਹੈ ਬਿਨਾਂ ਅਭਿਆਸ ਦੇ ਵੀ ਸਿੱਧ ਨਹੀਂ ਹੁੰਦਾ। ਅਸੀਂ ਕਹਿੰਦੇ ਤਾਂ ਰਹਿੰਦੇ ਹਾਂ ਵੀ ਨਾਮ ਜਪਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਪਰ ਇਹ ਸਾਧਨਾ ਕਰਾਂਗੇ ਤਾਂ ਹੀ ਗੱਲ ਬਣੇਗੀ ਨਾ। ਪੂਛਤ ਪਥਿਕ ਤੇ ਮਾਰਗ ਨ ਧਾਰੈ, ਪਗ ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਐ। पूछत है वैद खाद औखद न संयम से, कैसे मिटै रोग सुख सहज समाईऐ। पूछत सुहागन है कर्म दुहागन के, हृदय विचार कत सेहजा बुलाईऐ। गाय सुने आँखें मीचे पाईऐ न, परम पाद गुर उपदेश गह जौलो न कमाईऐ। माता जी ने ऐसी कमाई की, ऐसी घालना घाली, लगभग 1.25 साल दिन रात माता जी भजन रूपी हो गए। ਉਹਨਾਂ ਦੀ ਜਿਹੜੀ ਅਵਸਥਾ ਹੈ ਉਹ ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਇੱਥੇ ਬਿਆਨ ਕਰ ਰਹੇ ਨੇ। ਮਨ ਬਿਰਤੀਆਂ ਮਾਤਾ ਜੀਤੋ ਜੀ ਦੇ ਅਤੇ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਇਕਾਗਰ ਕਰਕੇ ਆਖੀਏ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਾਰੀ ਸੰਗਤ ਆਖੋ ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਾਤਾ ਜੀ ਥੋੜਾ ਹੀ ਛਕਦੇ, ਥੋੜਾ ਹੀ ਸੌਂਦੇ ਹੈ। ਅਲਪ ਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ, ਹੋਇ ਬੋ ਤਿਰਗੁਣ ਅਤੀਤ। ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੈ ਪਾਵੈ।
ਐਸੀ ਅਵਸਥਾ 'ਚ ਇਕਾਗਰ ਚਿੱਤ ਹੋ ਕੇ ਪੂਜਨੀਕ ਮਾਤਾ ਜੀਤੋ ਜੀ ਭਜਨ ਕਰਦੇ ਰਹਿੰਦੇ ਹਨ। ਜਿਸ ਠਹਿਰਾਵੈ ਨਾਸਕਾ ਮਨ ਤੇ ਬਾਸਨ ਡਾਰ। ਆਪਣੀ ਦ੍ਰਿਸ਼ਟੀ ਨੂੰ ਨਾਸਕਾ ਤੋਂ ਅੱਗੇ ਨਹੀਂ ਜਾਣ ਦਿੰਦੇ। ਜੇ ਖੋਲੀਆਂ ਅੱਖਾਂ ਤਾਂ ਇੱਥੇ ਨੱਕ ਤੱਕ ਹੀ, ਨਹੀਂ ਤਾਂ ਅੰਤਰਮੁਖੀ ਬਿਰਤੀ ਹੈ। ਮਨ ਦੀਆਂ ਸਾਰੀਆਂ ਹੀ ਬਾਸ਼ਨਾ ਦੂਰ ਹਨ। ਕੋਈ ਮਨ ਦੇ ਵਿੱਚ ਖਿਆਲ ਨਹੀਂ, ਕੋਈ ਫੁਰਨਾ ਨਹੀਂ, ਨਾ ਖਾਣ ਦਾ, ਨਾ ਪੀਣ ਦਾ, ਨਾ ਸੌਣ ਦਾ, ਨਾ ਪਹਿਨਣ ਦਾ, ਨਾ ਜੀਣ ਦਾ, ਨਾ ਮਰਨ ਦਾ। ਸਾਰੇ ਫੁਰਨੇ ਮਿਟਦੇ ਜਾ ਰਹੇ ਆ। ਖਿਆਲਾਂ ਦਾ ਭੋਗ ਪੈਂਦਾ ਜਾਂਦਾ। ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਐਸੀ ਪ੍ਰਚੰਡ ਅਗਨੀ ਬਲਦੀ ਹੈ ਜਿਹਦੇ ਵਿੱਚ ਖਿਆਲਾਂ ਦਾ ਕੂੜਾ ਸੜ ਜਾਂਦਾ ਹੈ, ਫੁਰਨੇ ਸਾਰੇ ਮਿਟ ਜਾਂਦੇ ਹਨ। ਧੰਨ ਮਾਤਾ ਜੀ, ਮਾਤਾ ਜੀਤਾ ਜੀ ਦੀ ਐਸੀ ਅਵਸਥਾ ਹੈ। ਜੋ ਕੋਈ ਫਸਟ ਮਹੀਨੇ ਸਾਧਿਓ ਜਬੈ। 6 ਮਹੀਨੇ ਜਦੋਂ ਇਸ ਤਰ੍ਹਾਂ ਸਾਧਨਾ ਕਰਦਿਆਂ ਨੂੰ ਹੋ ਗਏ, 6 ਮਹੀਨੇ ਲਗਾਤਾਰ ਆਪਣਾ ਆਸਣ ਵੀ ਪੱਕਾ, ਇੱਕੋ ਹੀ ਆਸਣ ਰੱਖਦੇ ਜਿੱਥੇ ਬਹਿੰਦੇ ਆ, ਹੋਰ ਕਿਤੇ ਨਹੀਂ, ਉਸੇ ਜਗ੍ਹਾ ਤੇ ਤਪ ਕਰਨਾ। ਟਾਈਮ ਵੀ ਬੰਨਿਆ ਹੋਇਆ ਵੀ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਆਹ ਬਾਣੀ ਪੜ੍ਹਨੀ ਹੈ, ਜਾਪ ਕਰਨਾ, ਸਿਮਰਨ ਕਰਨਾ, ਜਿਹੜੀ ਵਿਧੀ ਕਲਗੀਧਰ ਜੀ ਨੇ ਦੱਸੀ ਹੈ। ਮਾਤਾ ਜੀ 6 ਮਹੀਨੇ ਲਗਾਤਾਰ ਉਹਦੇ ਅਨੁਸਾਰ ਸਾਧਨਾ ਕਰਦੇ ਹਨ। ਸਿੱਧਾਂ ਪ੍ਰਾਪਤ ਹੋਈ ਸਭੈ। ਹੁਣ ਮਨ ਬਿਰਤੀਆਂ ਇਕਾਗਰ ਹੁੰਦੀਆਂ ਗਈਆਂ ਤੇ ਸਿੱਧੀਆਂ ਰਿਧੀਆਂ ਗੁਪਤ ਸ਼ਕਤੀਆਂ ਸਭ ਪ੍ਰਾਪਤ ਹੋ ਗਈਆਂ। ਆਖੋ ਸ੍ਰੀ ਵਾਹਿਗੁਰੂ। ਰਿੱਧ ਸਿੱਧ ਨਾਵੇਂ ਕੀ ਦਾਸੀ, ਨਾਮ ਦੀਆਂ ਦਾਸੀਆਂ ਨੇ ਸਾਰੀਆਂ। ਆ ਲੋਕ ਮੰਗਦੇ ਫਿਰਦੇ ਰਿੱਧੀਆਂ ਸਿੱਧੀਆਂ। ਮਹਾਰਾਜ ਕਹਿੰਦੇ ਨਾਮ ਜਪੋ, ਨਾਮ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਹਾਂਜੀ, ਸਾਧਕ ਦੁਆਦਸ਼ ਮਾਸ ਬਿਤਾਏ। ਫਿਰ ਸਾਧਨਾ ਕਰਦਿਆਂ ਜਦੋਂ 12 ਮਹੀਨੇ ਹੋਏ, 6 ਮਹੀਨੇ ਬਾਅਦ ਤਾਂ ਰਿੱਧੀਆਂ ਸਿੱਧੀਆਂ ਆ ਗਈਆਂ। ਕਈ ਲੋਕ ਰਿੱਧੀਆਂ ਸਿੱਧੀਆਂ ਤੇ ਖਲੋ ਜਾਂਦੇ ਆ, ਬਸ ਹੁਣ ਤਾਂ ਮੇਰਾ ਕੰਮ ਬਣ ਗਿਆ, ਮੇਰੀ ਗੱਲ ਪੂਰੀ ਹੋ ਜਾਂਦੀ, ਜੋ ਮੈਂ ਕਹਿਣਾ ਬਸ ਪੂਰਾ ਹੋ ਜਾਂਦਾ, ਹੋਰ ਕਰਨ ਦੀ ਕੀ ਲੋੜ ਹੈ। ਫਿਰ ਲੋਕਾਂ ਨੂੰ ਪੁੱਛੇ ਦੱਸਣ ਲੱਗ ਜਾਂਦੇ ਆ, ਲੋਕਾਂ ਦੇ ਫੁਰਨੇ ਦੱਸਣ ਲੱਗ ਜਾਂਦੇ ਆ, ਗੁਰੂ ਬਣ ਜਾਂਦੇ। ਨਹੀਂ ਭਾਈ, ਅਜੇ ਤਾਂ ਰਸਤੇ ਵਿੱਚ ਖੜੇ ਹੋ। ਮਾਤਾ ਜੀ 6 ਮਹੀਨੇ 'ਚ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ। ਜਦੋਂ ਸਾਲ ਹੋਇਆ ਹੈ ਅੰਤਰਜਾਮਤਾ ਉਰ ਵਿਦਤਾਏ। ਤਾਂ ਫਿਰ ਅੰਤਰਜਾਮਤਾ ਪ੍ਰਗਟ ਹੋ ਗਈ ਹੈ। ਦੂਸਰੇ ਦੇ ਹਿਰਦੇ ਦੀ ਗੱਲ ਜਾਣ ਲੈਣੀ, ਦੂਰ ਦੀ ਗੱਲ ਜਾਣ ਲੈਣੀ, ਔਰ ਆਉਣ ਵਾਲੇ ਸਮੇਂ ਦੀ ਗੱਲ ਜਾਣ ਲੈਣੀ। ਦੂਰ ਦ੍ਰਿਸ਼ਟੀ, ਇੱਥੇ ਬੈਠਿਆਂ ਹੀ ਹਜ਼ਾਰਾਂ ਮੀਲ ਦੂਰ ਕੀ ਹੋ ਰਿਹਾ ਦੇਖ ਲੈਣਾ। ਦੂਰ ਦਰਸ਼ਨ, ਦੂਰ ਸਰਵਣ, ਦੂਰ ਦੀ ਗੱਲ, ਜਿੱਥੇ ਕੋਈ ਹਜ਼ਾਰਾਂ ਮੀਲ ਬੈਠਾ ਗੱਲਾਂ ਕਰ ਰਿਹਾ, ਇੱਥੇ ਬੈਠੇ ਸੁਣ ਰਹੇ ਆ। ਇਸੇ ਤਰ੍ਹਾਂ ਦੂਰ ਗਮਨ, ਜਿੱਥੇ ਮਰਜ਼ੀ ਸੂਖਮ ਸਰੀਰ ਨਾਲ ਚਲੇ ਜਾਣਾ, ਔਰ ਭਾਰੇ ਤੋਂ ਭਾਰਾ, ਵੱਡੇ ਪਹਾੜ ਜਿੱਡਾ ਭਾਰਾ ਹੋ ਜਾਣਾ, ਤੇ ਇੰਨਾ ਫੁੱਲ ਵਰਗਾ ਸੂਖਮ ਹੋ ਜਾਣਾ ਵੀ ਬਿਲਕੁਲ ਭਾਰ ਹੀ ਕੋਈ ਨਹੀਂ। ਸੂਖਮ ਤੇ ਸੂਖਮ ਕਰ ਜੀਨੇ ਬਿਰਧਨ ਬਿਰਧ ਬਤਾਏ। ਇਹ ਸਾਰੀਆਂ ਸ਼ਕਤੀਆਂ 6 ਮਹੀਨੇ ਜੀ ਆ ਗਈਆਂ। ਫਿਰ ਅੰਤਰਜਾਮਤਾ, ਆਉਣ ਵਾਲੇ ਸਮੇਂ 'ਚ ਕੀ ਹੋਣਾ, ਹੁਣ ਕੀ ਹੋ ਰਿਹਾ, ਕਿਸੇ ਦੇ ਮਨ 'ਚ ਕੀ ਚੱਲ ਰਿਹਾ, ਸਭ ਗਿਆਨ ਮਾਤਾ ਜੀ ਨੂੰ ਇੱਦਾਂ ਪ੍ਰਗਟ ਹੋ ਗਿਆ ਜਿਵੇਂ ਹੱਥ 'ਤੇ ਧਰਿਆ ਔਲਾ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਮਾਤਾ ਜੀਤੋ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਬਣ ਗਏ ਹਨ। ਆਉਣ ਵਾਲੇ ਸਮੇਂ ਦੀ ਤੇ ਬੀਤ ਚੁੱਕੇ ਸਮੇਂ ਦੀ ਸਾਰੀਆਂ ਗੱਲਾਂ ਦਾ ਗਿਆਨ ਹੈ। ਸਾਰੇ ਸੀਨ ਸਾਹਮਣੇ ਆਈ ਜਾਂਦੇ ਨੇ। ਕੀ ਪਿੱਛੇ ਹੋਇਆ, 1000 ਸਾਲ ਪਹਿਲਾਂ ਕੀ ਹੋਇਆ, 2000 ਸਾਲ ਪਹਿਲਾਂ ਕੀ ਹੋਇਆ, 50,000 ਸਾਲ ਪਹਿਲਾਂ ਕੀ ਹੋਇਆ, 50 ਲੱਖ ਸਾਲ ਪਹਿਲਾਂ ਕੀ ਹੋਇਆ, ਸਭ ਪਤਾ ਲੱਗਣ ਲੱਗ ਪਿਆ ਹੈ। ਆਉਣ ਵਾਲੇ ਸਮੇਂ 'ਚ ਕੀ ਹੋਣਾ, ਇਹ ਸੰਸਾਰ ਦੇ ਵਿੱਚ ਕਦੋਂ ਕੀ ਹੋਣਾ, ਸਭ ਮਾਤਾ ਜੀ ਦੇ ਸਾਹਮਣੇ ਸ਼ੀਸ਼ਾ ਸਾਫ਼ ਹੋ ਗਿਆ ਹੈ। ਧੰਨ ਮਾਤਾ ਜੀਤੋ ਜੀ ਬ੍ਰਹਮ ਗਿਆਨ ਦੀ ਅਵਸਥਾ ਜਾ ਪਹੁੰਚੇ, ਤੁਰਿਆ ਪਾਦ ਦੀ ਅਵਸਥਾ ਜਾ ਪਹੁੰਚੇ। ਰਿੱਧੀਆਂ ਸਿੱਧੀਆਂ ਦੇ ਮਾਲਕ, ਸਾਰੀਆਂ ਸ਼ਕਤੀਆਂ ਦੇ ਮਾਲਕ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਮਹਿਲ ਹਨ, ਆਦਿ ਸ਼ਕਤੀ ਦਾ ਹੀ ਸਰੂਪ ਹਨ। ਧੰਨ ਮਾਤਾ ਜੀਤੋ ਜੀ ਨੂੰ ਇਹ ਸਾਧਨਾ ਕਰਦਿਆਂ ਕਰਦਿਆਂ ਜਦੋਂ ਸਾਲ ਪੂਰਾ ਹੋਇਆ, ਸਾਰੀ ਅੰਤਰਜਾਮਤਾ ਪ੍ਰਾਪਤ ਹੋ ਗਈ। ਗੁਰ ਕੀ ਗਤ ਜਪ ਹੂੰ ਮਨ ਜਾਣੀ। ਤੇ ਹੁਣ ਗੁਰੂ ਦੀ ਗਤ ਵੀ ਜਾਣ ਲਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਗੁਰੂ ਮਹਾਰਾਜ ਦੀ ਖੇਡ ਜਿਹੜੀ ਆਉਣ ਵਾਲੇ ਸਮੇਂ ਦੀ ਸੋਚੀ ਬੈਠੇ ਹੈ, ਜੋ ਲੀਲਾ ਉਹਨਾਂ ਨੇ ਕਰਨੀ ਹੈ, ਉਹਦੇ ਬਾਰੇ ਵੀ ਮਾਤਾ ਜੀ ਨੂੰ ਪਤਾ ਲੱਗ ਗਿਆ। ਜੰਗ ਬੀਜ ਹੋਏ ਸੰਤਤ ਹਾਨੀ। ਉਹ ਕੀ ਹੈ? ਉਹ ਇਹ ਹੈ ਵੀ ਇਹਨਾਂ ਦੀ ਹੁਣ ਜਿਹੜੀ ਔਲਾਦ ਹੈ, ਇਹਨਾਂ ਦੇ ਬੱਚੇ ਹਨ ਚਾਰੇ, ਇਹ ਤੇ ਜੰਗ ਵਿੱਚ ਸ਼ਹੀਦ ਹੋ ਜਾਣੇ ਆ। 2 ਚਮਕੌਰ ਦੀ ਗੜੀ ਵਿੱਚ ਲੜਦੇ ਹੋਏ ਸ਼ਹੀਦ ਹੋ ਜਾਣੇ ਹਨ, ਤੇ 2 ਸਰਹੰਦ ਦੀਆਂ ਦੀਵਾਰਾਂ ਵਿੱਚ ਖੜੇ ਸ਼ਹੀਦ ਹੋ ਜਾਣੇ ਹਨ। ਇਹ ਸਾਰਾ ਸੀਨ ਮਾਤਾ ਜੀਤੋ ਜੀ ਦੇ ਸਾਹਮਣੇ ਆ ਗਿਆ। ਹੋਰ ਮਾਤਾ ਗੁਜਰੀ ਜੀ ਨੇ ਕਿਵੇਂ ਝੋਲਾ ਛੱਡਣਾ ਹੈ, ਕਿਵੇਂ ਆਨੰਦਪੁਰ ਦਾ ਕਿਲਾ ਛੱਡਣਾ, ਕਿਵੇਂ ਪਰਿਵਾਰ ਦਾ ਵਿਛੋੜਾ ਹੋਣਾ, ਖੇਰੂ ਖੇਰੂ ਹੋ ਜਾਣਾ, ਕਿਵੇਂ ਮਾਛੀਵਾੜੇ ਦੇ ਜੰਗਲਾਂ 'ਚ ਮਹਾਰਾਜ ਕੰਡਿਆਂ ਦੀ ਸੇਜ ਵਿਛਾ ਕੇ ਸੌਣਾ। ਇਹ ਸਾਰਾ ਪ੍ਰਸੰਗ ਮਾਤਾ ਜੀ ਨੂੰ, ਮਾਤਾ ਜੀਤੋ ਜੀ ਨੂੰ ਪ੍ਰਤੱਖ ਹੋ ਗਿਆ, ਸਾਹਮਣੇ ਦਿਸ ਗਿਆ। ਇੱਕ ਦਿਨ ਪੁਨ ਸਤਿਗੁਰ ਢਿਗ ਆਈ। ਇੱਕ ਦਿਨ ਫਿਰ ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਸਕਲ ਕਲਾ ਸਮਰੱਥ ਗੁਰ ਪੂਰਨ। ਸਾਲ ਪਹਿਲਾਂ ਵੀ ਆਏ ਸਨ, ਜਦੋਂ ਮਹਾਰਾਜ ਨੇ ਪੁੱਛਿਆ ਸੀ, ਘਰ ਵਾਲਿਓ ਕੀ ਤੁਹਾਡਾ ਫੁਰਨਾ ਹੈ, ਕੀ ਚਾਹੁੰਦੇ ਹੋ? ਬੜੇ ਪਿਆਰ ਨਾਲ ਕਲਗੀਧਰ ਜੀ ਨੇ ਪੁੱਛਿਆ, ਤੇ ਮਾਤਾ ਜੀ ਨੇ ਆਖਿਆ, ਮੈਨੂੰ ਹੁਣ ਉਹ ਰਾਹ ਦੱਸੋ ਜਿਹੜਾ ਪਰਮੇਸ਼ਰ ਵੱਲ ਜਾਂਦਾ ਹੈ। ਤੇ ਵਿਧੀ ਦੱਸੀ ਸਾਰੀ। ਆਹ ਸਾਲ ਪਿੱਛੋਂ ਅੱਜ ਫਿਰ ਮਾਤਾ ਜੀ ਆ ਗਏ। ਸਤਿਗੁਰੂ ਕਲਗੀਧਰ ਜੀ ਨੂੰ ਕਹਿੰਦੇ, ਹੇ ਸੱਚੇ ਪਾਤਸ਼ਾਹ, ਤੁਸੀਂ ਸਰਬ ਕਲਾ ਸਮਰੱਥ ਹੋ, ਸਾਰੀਆਂ ਸ਼ਕਤੀਆਂ ਦੇ ਮਾਲਕ ਪੂਰੇ ਸਤਿਗੁਰੂ ਹੋ। ਸਭੋ ਉਥਾਪੋ ਰਾਵਰ ਤੂਰਨ। ਹੇ ਸੁਆਮੀ ਜੀ, ਹੇ ਸਤਿਗੁਰੂ ਜੀ, ਤੁਸੀਂ ਆਪ ਹੀ ਥਾਪ ਉਥਾਪਣ ਹਾਰਿਓ। ਖਿਨ ਮੈਂ ਥਾਪ ਉਥਾਪਣ ਹਾਰਾ, ਆਪਣ ਹੱਥ ਮਤਾਂਤ। ਖਿਨ ਦੇ ਵਿੱਚ ਤੁਸੀਂ ਭਿਖਾਰੀ ਨੂੰ ਰਾਜਾ ਬਣਾ ਸਕਦੇ ਹੋ, ਤੇ ਰਾਜੇ ਨੂੰ ਭੀਖ ਮੰਗਾ ਸਕਦੇ ਹੋ, ਕੀੜੀ ਤੋਂ ਹਾਥੀ ਮਰਵਾ ਸਕਦੇ ਹੋ। ਮਹਾਰਾਜ ਤੁਹਾਡੀ ਕਲਾ ਬਹੁਤ ਅਸਚਰਜ ਹੈ। ਖਾਲੀ ਭਰੋ ਭਰੇ ਕਰ ਖਾਲੀ। ਮਹਾਰਾਜ ਊਣੇ ਭਰੇ ਭਰੇ ਪਰ ਊਣੇ, ਇਹ ਜਲਦ ਸੁਆਮੀ ਕੇ ਕਾਰਨ। ਖਾਲੀਆਂ ਨੂੰ ਭਰ ਦੇਣ ਵਾਲੇ ਹੋ, ਤੇ ਭਰਿਆਂ ਨੂੰ ਖਾਲੀ ਕਰ ਦੇਣ ਵਾਲੇ ਹੋ। ਆਪੋ ਨਸੋ ਜਹੋ ਉਤਾਲੀ। ਮਹਾਰਾਜ ਤੁਸੀਂ ਚਾਹੋ ਤੇ ਭਿਖਾਰੀ ਨੂੰ ਰਾਜੇ ਬਣਾ ਦਿਓ, ਤੇ ਰਾਜੇ ਕੋ ਭੀਖ ਮੰਗਾ ਦਿਓ। ਤੁਸੀਂ ਥਾਪ ਉਥਾਪਣ ਵਾਲੇ ਹੋ। ਜਗ ਮਹਿ ਬੰਸ ਰਾਖ ਬਹੁ ਕਰੀ ਹੈ। ਬਸ ਮੇਰੀ ਬੇਨਤੀ ਹੈ, ਇੱਕ ਮਾਂ ਦੀ ਮਮਤਾ ਬੋਲ ਰਹੀ ਹੈ, ਮਹਾਰਾਜ ਏਦਾਂ ਨਾ ਕਰੋ। ਆਪਣਾ ਬੰਸ, ਆਪਣੇ ਬੱਚੇ, ਆਪਣਾ ਪਰਿਵਾਰ ਬਚਾ ਲਓ। ਇਸ ਦੁਨੀਆ ਤੇ ਪੁੱਤਰ ਨਿਸ਼ਾਨ ਹੁੰਦੇ ਨੇ। ਪੁੱਤਰਾਂ ਬਾਹਾਂ ਬਾਝ ਸੰਸਾਰ ਹਨੇਰਾ ਹੋ ਜਾਂਦਾ ਹੈ। ਤੇ ਮਹਾਰਾਜ ਇਹ ਨਾ ਕਰੋ ਜੋ ਤੁਸੀਂ ਸੋਚੀ ਬੈਠੇ ਹੋ। ਮੈਂ ਤੁਹਾਡੇ ਤੋਂ ਇੱਕ ਮਾਂ ਝੋਲੀ ਭਰ ਕੇ, ਝੋਲੀ ਅੱਡ ਕੇ ਮੰਗ ਰਹੀ ਹਾਂ, ਮੇਰੀ ਆਸ ਪੂਰੀ ਕਰੋ। ਹੇ ਨਾਥਾਂ ਦੇ ਨਾਥ, ਹੇ ਕਲਗੀਧਰ ਸੁਆਮੀ, ਹੇ ਪਤੀ ਦੇਵ, ਮੇਰੇ ਬੱਚੇ, ਮੇਰੇ ਲਾਲ, ਮੇਰੇ ਪੁੱਤਰ, ਇਹਨਾਂ ਨੂੰ ਬਚਾ ਲਵੋ। ਸ੍ਰੀ ਜੀਤੋ ਤੇ ਸੁਣ ਮੁਸਕਾਏ। ਮਾਤਾ ਜੀਤੋ ਦੀਆਂ ਗੱਲਾਂ ਸੁਣ ਕੇ ਮਹਾਰਾਜ ਮੁਸਕਰਾ ਪਏ। ਮਾੜੀ ਜੀ ਬੁੱਲਾਂ ਤੇ ਮੁਸਕਾਨ ਆਈ ਹੈ। ਭੂਤ ਭਵਿੱਖਤ ਤੁਬ ਲਖ ਪਾਏ। ਕਹਿੰਦੇ ਜੀਤੋ ਫਿਰ ਤੈਨੂੰ ਪਤਾ ਲੱਗ ਗਿਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭੂਤ ਭਵਿੱਖਤ ਤੁਮ ਲਖ ਪਾਏ। ਤੁਸੀਂ ਪਿਛਲੇ ਸਮਾਂ ਵੀ ਜਾਣ ਗਏ ਹੋ ਜੀਤੋ ਜੀ, ਤੇ ਜਿਹੜਾ ਆਉਣ ਵਾਲਾ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੈ। ਸੰਤਤ ਕੇ ਹਿਤ ਜੋਗ ਕਮਾਇਓ। ਪਰ ਜੀਤੋ ਜੀ ਇਹ ਦੱਸੋ, ਆ ਜਿਹੜਾ 1 ਸਾਲ ਤੁਸੀਂ ਜਪ ਤਪ ਕੀਤਾ ਹੈ, ਇਹ ਬੱਚਿਆਂ ਵਾਸਤੇ ਕੀਤਾ ਹੈ? ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਬੜੀ ਬਰੀਕੀ ਹੈ ਗੁਰਸਿੱਖੀ ਦੀ। ਅੱਜ ਅਸੀਂ ਤਾਂ ਕਿਨਾਰੇ ਤੇ ਵੀ ਨਹੀਂ ਪਹੁੰਚੇ, ਅਜੇ ਡੂੰਘਾ ਸਮੁੰਦਰ ਹੈ ਅੱਗੇ। ਮਹਾਰਾਜ ਕਹਿੰਦੇ ਤੂੰ ਜਪ ਤਪ ਕੀਤਾ ਜੀਤੋ, ਇੰਨੀ ਮਿਹਨਤ ਕੀਤੀ ਹੈ, ਦਿਨ ਰਾਤ ਬਾਣੀ ਪੜ੍ਹਦੀ ਰਹੀ, ਦਿਨ ਰਾਤ ਨਾਮ ਜਪਦੀ ਰਹੀ, 24 ਘੰਟੇ ਸਾਧਨਾ ਕਰਦੀ ਰਹੀ, ਬਸ ਐਸੇ ਕੰਮ ਵਾਸਤੇ ਵੀ ਮੇਰੇ ਬੱਚੇ ਠੀਕ ਰਹਿਣ। ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਸਿੱਖ ਸਮਾਜ ਜਿੰਨੇ ਵੀ ਦੂਰ ਦੂਰ ਤੱਕ ਬੈਠੇ ਆ, ਝਾਤੀ ਮਾਰ ਕੇ ਵੇਖੀਏ, ਇਸ ਕੰਧ ਤੋਂ ਅੱਗੇ ਟੱਪੇ ਆ ਕਦੀ? ਪੂਰਾ ਹੀ ਖੜੇ ਆ। ਬਸ ਮਹਾਰਾਜ ਦੇ ਦਿਓ, ਬੱਚਿਆਂ ਦੀ ਨੌਕਰੀ ਵਧੀਆ ਲੱਗ ਜੇ, ਸਾਡਾ ਸਰੀਰ ਠੀਕ ਰਵੇ, ਮਕਾਨ ਵਧੀਆ ਹੋਵੇ,
ਕਾਰੋਬਾਰ ਬਿਜ਼ਨਸ ਵਧੀਆ ਹੋਣ, ਇੱਥੇ ਹੀ ਹੈ ਸਾਰੀ ਦੁਨੀਆ ਖੜੀ ਬੈਠੀ। ਤੇ ਮਹਾਰਾਜ ਕੀ ਕਹਿੰਦੇ, ਜੀਤੋ ਇੰਨਾ ਜਪ ਤਪ, ਇੰਨੀ ਮਾਲਾ ਫੇਰੀ, ਇੰਨਾ ਭਜਨ ਕੀਤਾ, ਬੱਚਿਆਂ ਵਾਸਤੇ ਕੀਤਾ ਹੀ। ਹਾਂਜੀ, ਕਹਿ ਪਰਲੋਕ ਭਲੋ ਔਰ ਭਾਇਓ, ਜਾਂ ਆਪਣੀ ਆਤਮਾ ਦੇ ਕਲਿਆਣ ਲਈ ਕੀਤਾ ਹੀ। ਦੱਸ ਕਾਹਦੇ ਲਈ? ਆਪਣੇ ਪਰਲੋਕ ਦਾ ਆਪਣਾ ਬੇੜਾ ਬੰਨੇ ਲੱਗ ਜਾਵੇ, ਸੰਸਾਰ ਤੋਂ ਨਿਕਲ ਜਾਈਏ, ਜੰਮਣ ਮਰਨ ਤੋਂ ਛੁੱਟ ਜਾਈਏ। ਨਹੀਂ ਤਾਂ ਹਰ ਜਨਮ 'ਚ ਬੱਚੇ ਹੁੰਦੇ ਨੇ, ਸੂਰੀ ਨੂੰ ਵੀ 12-12 ਹਰ ਸੂਏ ਹੁੰਦੇ ਨੇ। ਇਹ ਦੁਨੀਆ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਦੂਜੀ ਜੂਨਾਂ 'ਚ ਨਹੀਂ ਮਿਲਦੀ? ਇੱਕ ਨਾਮ ਨਹੀਂ ਮਿਲਦਾ, ਬਾਕੀ ਸਭ ਕੁਛ ਮਿਲਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੀਤੋ ਇਹ ਭਵ ਸਾਗਰ ਤੋਂ ਲੰਘਣ ਵਾਸਤੇ ਜਪ ਤਪ ਕਰੀਦਾ ਹੈ। ਮੇਰਾ ਬੇੜਾ ਬੰਨੇ ਲੱਗ ਜਾਵੇ, ਮੇਰੀ ਆਤਮਾ ਦਾ ਕਲਿਆਣ ਹੋ ਜਾਵੇ। ਇਹ ਬੱਚਿਆਂ ਵਾਸਤੇ ਥੋੜ੍ਹਾ ਇੰਨਾ ਸਾਧਨਾ ਕਰੀਦੀ, ਇੰਨਾ ਯੋਗ ਕੀਤਾ, ਇੰਨੀ ਤਪੱਸਿਆ ਕੀਤੀ, ਤੈਨੂੰ ਪਿਛਲਾ ਵੀ ਪਤਾ ਲੱਗ ਗਿਆ, ਤੈਨੂੰ ਆਉਣ ਵਾਲਾ ਸਮਾਂ ਵੀ ਪਤਾ ਲੱਗ ਗਿਆ। ਪਰ ਕਰਨ ਦਾ ਫਾਇਦਾ ਕੀ ਹੋਇਆ ਜੇ ਫਿਰ ਵੀ ਧਿਆਨ ਅਜੇ ਬੱਚਿਆਂ ਵਿੱਚ ਹੀ ਹੈ। ਮੋਹ ਆਲਸੇ ਸਕਲ ਵਿਕਾਰ, ਜੀਤੋ ਜੀ ਸਭ ਤੋਂ ਵੱਡਾ ਵਿਕਾਰ ਮੋਹ ਹੈ। ਬਾਕੀ ਵੀ ਬੜੇ ਭਿਆਨਕ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਾਡੇ ਗੁਰਦੇਵ ਜੀ ਕਹਿੰਦੇ ਹੁੰਦੇ ਸੀ ਵੀ ਕਾਮ ਤੇ ਕ੍ਰੋਧ ਜਿਹੜੇ ਨੇ ਇਹ ਤੇ ਪਤਾ ਲੱਗਦੇ ਨੇ ਨਾਲ ਦੀ ਨਾਲ। ਜਦੋਂ ਬੰਦੇ ਨੂੰ ਆਉਂਦੇ ਨਾ, ਉਹਨੂੰ ਆਪ ਵੀ ਪਤਾ ਲੱਗ ਰਿਹਾ ਹੁੰਦਾ ਵੀ ਇਸ ਟਾਈਮ ਮੇਰੀ ਹੁਣ ਬਿਰਤੀ ਕਿੱਦਾਂ ਦੀ ਹੈ, ਕਾਮ ਦਾ ਵੀ ਤੇ ਕ੍ਰੋਧ ਦਾ ਵੀ। ਪਰ ਲੋਭ ਤੇ ਮੋਹ ਤੇ ਹੰਕਾਰ ਕਹਿੰਦੇ ਨੇ ਸਲੋ ਪੋਇਜ਼ਨ ਨੇ। ਇਹ ਹੌਲੇ ਹੌਲੇ ਅੰਦਰੋਂ ਬੰਦੇ ਨੂੰ ਅੰਦਰੋਂ ਅੰਦਰ ਹੀ ਗਾਲਦੇ, ਪਤਾ ਹੀ ਨਹੀਂ ਲੱਗਦਾ ਵੀ ਮੈਂ ਮੋਹ ਵਿੱਚ ਜਾਂ ਮੈਂ ਲੋਭ ਮੇਰੇ ਅੰਦਰ ਹੈ ਪਰ ਪਤਾ ਨਹੀਂ ਲੱਗਦਾ, ਕਿਉਂਕਿ ਬੰਦਾ ਉਹਦੇ ਵੱਲ ਧਿਆਨ ਨਹੀਂ ਦਿੰਦਾ। ਤਾਂ ਮਹਾਰਾਜ ਕਹਿੰਦੇ ਜੀਤੋ ਜੀ ਇਹ ਮੋਹ ਵੱਡਾ ਵਿਕਾਰ ਹੈ ਸਾਰੇ ਵਿਕਾਰਾਂ ਵਿੱਚੋਂ। ਹਾਂਜੀ, ਇਹਨਾਂ ਤੋਂ ਨਿਕਲਣ ਵਾਸਤੇ ਨਾਮ ਜਪੀਦਾ ਹੈ, ਇਹਨਾਂ ਤੋਂ ਨਿਆਰੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਜੀਤੋ ਤੂੰ ਤੇ ਉਲਟਾ ਰਸਤਾ ਫੜ ਲਿਆ। ਇਹ ਪੁੱਤਰਾਂ ਦਾ ਮੋਹ ਛੱਡਣ ਵਾਸਤੇ ਨਾਮ ਜਪੀਦਾ ਹੈ ਕਿ ਇਹਨਾਂ ਨੂੰ ਫੇਰ ਧਿਆਨ 'ਚ ਲਿਆਈਦਾ ਵੀ ਮੈਨੂੰ ਮੇਰੇ ਬੱਚੇ ਠੀਕ ਰਹਿਣ, ਮੇਰੇ ਪੁੱਤਰ ਧੀਆਂ ਠੀਕ ਰਹਿਣ। ਫਿਰ ਤਾਂ ਉੱਥੇ ਹੀ ਬਿਰਤੀ ਰਹਿ ਗਈ ਪੁੱਤਰਾਂ ਧੀਆਂ ਵਿੱਚ ਹੀ। ਹਾਂਜੀ, ਇਹ ਜੀਤੋ ਅਰਸ਼ਾਂ ਦੀ ਸਰਦਾਰੀ ਨਹੀਂ ਤੈਨੂੰ ਦਿਸਦੀ ਪਈ? ਮੇਰੇ ਪੁੱਤਰ ਤਾਂ ਉੱਥੇ ਅਰਸ਼ਾਂ ਦੇ ਵਿੱਚ ਸੱਚਖੰਡ ਵਿੱਚ ਸਰਦਾਰੀ ਕਰਨਗੇ। ਆਖੋ ਸ੍ਰੀ ਵਾਹਿਗੁਰੂ। ਤਾਂ ਸ੍ਰੀ ਜੀਤੋ ਜੀ ਕਿਹਾ ਪੁੱਤਰ ਮੇਰੇ ਕੀ ਕਰਨਗੇ? ਜੇ ਰਾਜ ਤੇ ਖਾਲਸੇ ਨੂੰ ਦੇ ਦਿਓਗੇ, ਮੇਰੇ ਪੁੱਤਰ ਕੀ ਕਰਨਗੇ? ਤਾਂ ਸ੍ਰੀ ਜੀਤੋ ਜੀ ਕਿਹਾ ਪੁੱਤਰ ਮੇਰੇ ਕੀ ਕਰਨਗੇ? ਅੱਗੋਂ ਮਹਾਰਾਜ 10ਵੇਂ ਪਾਤਸ਼ਾਹ ਜਦ ਮੈਲ ਸਿੱਖੀ ਬਣੇਗਾ ਨੀਹਾਂ ਦੇ ਵਿੱਚ ਸਿਰ ਧਰਨਗੇ। ਮਹਾਰਾਜ ਕਹਿੰਦੇ ਜਦੋਂ ਸਿੱਖੀ ਦਾ ਮਹਿਲ ਬਣੇਗਾ ਨਾ, ਤੇਰੇ ਪੁੱਤਰ ਨੀਹਾਂ 'ਚ ਆਪਣੇ ਸੀਸ ਦੇ ਦੇਣਗੇ ਤੇ ਸੱਚਖੰਡ ਦੀਆਂ ਸਰਦਾਰੀਆਂ ਪਾ ਲੈਣਗੇ। ਤੈਨੂੰ ਉਹ ਨਜ਼ਰ ਨਹੀਂ ਆਈਆਂ? ਅਰਸ਼ਾਂ ਦੀ ਸਰਦਾਰੀ ਦੇਣੀ ਹੈ ਮੈਂ ਅਜੀਤ ਸਿੰਘ ਨੂੰ, ਜੁਝਾਰ ਸਿੰਘ ਨੂੰ, ਜੋਰਾਵਰ ਸਿੰਘ ਨੂੰ, ਫਤਿਹ ਸਿੰਘ ਨੂੰ। ਹਾਂਜੀ, ਸੁਤ ਸਮੇਤ ਜੋ ਪਦ ਅਬਿਨਾਸ਼ੀ ਹੈ ਜੀਤੋ, ਜਿਹੜਾ ਅਵਿਨਾਸ਼ੀ ਪਦ ਹੈ, ਜਿਹੜੀ ਉਹ ਪਦਵੀ ਕਦੀ ਖੁੱਸਦੀ ਨਹੀਂ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਸਦਾ ਰਹਿਣ ਵਾਲੀ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਟੁੱਟੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉੱਥੇ ਦਾ ਰਾਜ ਤੈਨੂੰ ਮਿਲਦਾ ਪਿਆ, ਪੁੱਤਰਾਂ ਸਮੇਤ ਮਿਲਦਾ ਪਿਆ ਤੇਰੇ ਬੱਚਿਆਂ ਨੂੰ। ਦੁਨੀਆ 'ਚ ਬੜੇ ਬੜੇ ਮਾਪੇ ਹੋਏ ਤੇ ਬੜੇ ਬੜੇ ਪੁੱਤਰ ਹੋਏ, ਉਹ ਪਦਵੀ ਨਹੀਂ ਕਿਸੇ ਨੂੰ ਮਿਲਦੀ ਜਿਹੜੀ ਤੇਰੇ ਪੁੱਤਰਾਂ ਨੂੰ ਮਿਲਣੀ ਹੈ। ਇਹ ਜੀਤੋ ਜੀ ਤੁਸੀਂ ਹਮੇਸ਼ਾ ਉਸ ਸੱਚਖੰਡ ਦੇ ਵਾਸੀ ਬਣੋ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂਤ ਨਾਂਤ। ਉਥੋਂ ਦੇ ਵਾਸੀ ਬਣ ਜਾਓ। ਨਸਵਰ ਜਗਤ ਦੇਖ ਕਿਉਂ ਭੁੱਲੀ। ਇਹ ਜੀਤੋ ਜੀ ਨਾਸਮਾਨ ਦੁਨੀਆ ਵੇਖ ਕੇ ਕਿਉਂ ਭੁੱਲ ਗਏ ਹੋ? ਇਹ ਦੁਨੀਆ ਕਦੀ ਵੀ ਏਦਾਂ ਰਹਿਣੀ ਨਹੀਂ। ਜੋ ਦਿਸੈ ਸੋ ਸਗਲ ਵਿਨਾਸ਼ਾ। ਜੋ ਅੱਜ ਦਿਸ ਰਿਹਾ ਉਹ ਕੱਲ ਨਹੀਂ ਦਿਸੇਗਾ, ਜੋ ਕੱਲ ਦਿਸਦਾ ਸੀ ਅੱਜ ਨਹੀਂ ਦਿਸਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਇਹ ਬਦਲ ਰਿਹਾ ਨਾਟਕ ਹੈ, ਬਚਿੱਤਰ ਨਾਟਕ ਹੈ। ਨਾਟਕ ਬਚਿੱਤਰ ਨਾਟਕ, ਐਸਾ ਨਾਟਕ ਜੋ ਨਾ ਟਿਕੇ, ਟਿਕਦਾ ਹੀ ਨਹੀਂ। ਜੇ ਟਿਕ ਗਿਆ ਤਾਂ ਫਿਰ ਨਾਟਕ ਕਾਹਦਾ ਹੋਇਆ? ਟਿਕਦਾ ਨਹੀਂ। ਚੱਲ ਸੋ ਚੱਲ, ਅੱਗੇ ਦੀ ਅੱਗੇ ਨਵੇਂ ਸੀਨ ਆਈ ਜਾਂਦੇ ਆ, ਪਿਛਲੇ ਜਾਈ ਜਾਂਦੇ ਆ। ਇਹ ਜੀਤੋ ਜੀ, ਇਹ ਨਸ਼ਵਰ ਜਗਤ ਨੂੰ ਦੇਖ ਕੇ ਕਿਉਂ ਭੁੱਲ ਗਏ ਹੋ? ਜੋਗ ਧਰੇ ਆਨੰਦ ਬ੍ਰਿਧ ਝੂਲੀ, ਤੈਨੂੰ ਤਾਂ ਬ੍ਰਹਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਤੈਨੂੰ ਤੇ ਗੁਰਮਤਿ ਜੋਗ ਬਣਿਆ, ਤੇਰਾ ਕੀਰਤਨ ਗਾਈ, ਤੇਰੀ ਤੇ ਵਾਹਿਗੁਰੂ ਨਾਲ ਗੱਲ ਬਣ ਗਈ ਹੈ, ਪਰਮੇਸ਼ਰ ਨਾਲ ਭੇਦ ਹੋ ਗਈ ਹੈ ਤੂੰ। ਤੇ ਫਿਰ ਵੀ ਤੂੰ ਪੁੱਤਰਾਂ ਦੇ ਖਿਆਲ 'ਚ ਆ ਗਈ ਹੈ। ਕਿਉਂ ਐਸਾ ਸੋਚਦੀ ਹੈ? ਬ੍ਰਹਮਾਤਮ ਕਹੁ ਗਿਆਨ ਉਪੰਨਾ, ਤੈਨੂੰ ਬ੍ਰਹਮ ਆਤਮਾ ਦਾ ਪਤਾ ਲੱਗ ਗਿਆ ਹੈ। ਬ੍ਰਹਮ ਆਤਮ ਇੱਕ ਹੀ ਹੈ, ਦੋ ਨਹੀਂ ਹਨ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਇਹ ਤੈਨੂੰ ਸਰੂਪ ਦਾ ਸਾਖਸ਼ਾਤ ਹੋ ਗਿਆ। ਬੂੰਦ ਸਾਗਰ, ਸਾਗਰ ਬੂੰਦ ਇੱਕੋ ਨਜ਼ਰ ਆ ਗਏ ਹਨ। ਹਾਂਜੀ, ਸਫਲ ਜਨਮ ਹੋਏ ਤੂੰ ਧੰਨਾ, ਤੇਰਾ ਜਨਮ ਧਨ ਹੋ ਗਿਆ ਜੀਤੋ, ਤੂੰ ਧਨ ਹੋ ਗਈ ਹੈ। ਜਨਮ ਸਫਲ ਹੋ ਗਿਆ ਤੇਰਾ। ਜਿਹਨੂੰ ਬ੍ਰਹਮ ਆਤਮਾ ਦੀ ਏਕਤਾ ਦਾ ਬੋਧ ਗੁਰੂ ਦੀ ਕਿਰਪਾ ਨਾਲ ਹੋ ਜਾਵੇ, ਉਹਦਾ ਜਨਮ ਮਰਨ ਕੱਟਿਆ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇਰਾ ਬੰਧਨ ਕੱਟਿਆ ਗਿਆ ਜੀਤੋ, ਤੂੰ ਮੁਕਤ ਹੋ ਗਈ ਹੈ। ਉਚਿਤ ਨਹੀਂ ਇਤਿਆਦਿਕ ਕਹਿਬੋ, ਇਸ ਕਰਕੇ ਇਹੋ ਜਿਹੀਆਂ ਗੱਲਾਂ ਕਹਿਣੀਆਂ ਤੈਨੂੰ ਠੀਕ ਨਹੀਂ ਹਨ। ਜੋ ਤੂੰ ਕਹਿ ਰਹੀ ਹੈ ਨਾ ਵੀ ਮੇਰੇ ਬੱਚੇ ਬਚਾ ਲਓ, ਕਿੰਨਾ ਚਿਰ ਬਚਣਗੇ? ਆਖੋ ਸ੍ਰੀ ਵਾਹਿਗੁਰੂ। ਹੱਦ 100 ਸਾਲ ਉਮਰ ਹੁੰਦੀ ਹੈ। ਜੇ ਬੱਚੇ ਬਚਾ ਲਏ 100 ਸਾਲ ਜੀ ਕੇ ਫਿਰ ਚਲੇ ਜਾਣਗੇ। ਸੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਜੇ 100 ਵਰਿਆਂ ਜੀਵਣਾ ਪੀਤਨ ਹੋਸੀ ਖੇ। 100 ਸਾਲ ਵੀ ਜੀ ਕੇ ਮਰਨਾ ਪੈਂਦਾ। ਹਾਂਜੀ, ਆਪ ਕੋ ਲਹਿਬੋ, ਹਾਂ ਜੀਤੋ, ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਵੇਖ ਲੈਣਾ, ਇਸ ਮਨੁੱਖਾ ਜਨਮ ਦਾ ਇਹੀ ਲਾਭ ਹੈ, ਹੋਰ ਕੋਈ ਨਹੀਂ। ਨਿੰਦਰਾ ਭੋਜਨ ਭੋਗ ਪੈ, ਇਹ ਪਸ਼ਪੁਰਖ ਸਮਾਨ। ਸੌਂ ਜਾਣਾ, ਖਾ ਲੈਣਾ, ਬੱਚੇ ਪੈਦਾ ਕਰ ਲੈਣੇ, ਡਰ ਜਾਣਾ। ਬੰਦਿਆਂ 'ਚ ਤੇ ਪਸ਼ੂਆਂ 'ਚ ਚਾਰੇ ਗੱਲਾਂ ਬਰਾਬਰ ਨੇ। ਬੰਦੇ ਵੀ ਸੌਂਦੇ ਨੇ, ਬੰਦੇ ਵੀ ਬੱਚੇ ਪੈਦਾ ਕਰਦੇ ਨੇ, ਪਸ਼ੂ ਵੀ ਉਹ ਕੰਮ ਕਰਦੇ ਨੇ। ਬੰਦੇ ਵੀ ਡਰ ਜਾਂਦੇ ਨੇ, ਪਸ਼ੂ ਵੀ ਡਰ ਜਾਂਦੇ ਨੇ। ਉਹਨਾਂ ਨੂੰ ਵੀ ਭੁੱਖ ਲੱਗਦੀ ਹੈ, ਸਾਨੂੰ ਵੀ ਲੱਗਦੀ। ਕੀ ਫਰਕ ਹੋਇਆ ਫਿਰ? ਕਹਿੰਦੇ ਗਿਆਨ ਨਰਨ ਅਦਗਤਾ, ਆਪਣੇ ਆਤਮ ਸਰੂਪ ਦਾ ਵਾਧਾ ਹੈ। ਜੇ ਗਿਆਨ ਆਪਣੇ ਆਪ ਦਾ ਪਤਾ ਲੱਗ ਗਿਆ ਤਾਂ ਗਿਆਨ ਦਾ ਵਾਧਾ ਹੈ। ਆਖੋ ਸ੍ਰੀ ਵਾਹਿਗੁਰੂ। ਗਿਆਨ ਬਿਨਾ ਪਸ਼ੂ ਜਾਨ, ਗਿਆਨ ਤੋਂ ਬਿਨਾ ਬੰਦਾ ਪਸ਼ੂ ਹੀ ਹੈ, ਕੋਈ ਫਰਕ ਨਹੀਂ ਹੈ। ਤਾਂ ਤੁਹਾਨੂੰ ਆਤਮ ਸਰੂਪ ਦਾ ਗਿਆਨ ਹੋ ਗਿਆ ਜੀਤੋ ਜੀ। ਸੁਨ ਜੀਤੋ ਕਰ ਜੋਰ ਉਚਾਰੀ, ਇਸ ਕਰਕੇ ਇਹੋ ਜਿਹੇ ਬਚਨ ਨਹੀਂ ਕਰਨੇ ਵੀ ਮੇਰੇ ਬੱਚੇ ਬਚਾ ਲਓ। ਇਹ ਬੱਚੇ ਤਾਂ ਬਚੇ ਹੀ ਨੇ, ਇਹਨਾਂ ਨੂੰ ਕੌਣ ਮਾਰ ਸਕਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਦੋਂ ਬਚਨ ਕਹੇ ਮਾਤਾ ਜੀਤੋ ਜੀ ਨੇ ਆਪਣੇ ਮਨ 'ਚ ਵਿਚਾਰ ਕੀਤੀ, ਮੈਂ ਸਦੀਵ ਰਾਵਰ ਅਨੁਸਾਰੀ, ਹੱਥ ਜੋੜ ਲਏ, ਕਹਿਣ ਲੱਗੀ ਮੈਂ ਤਾਂ ਸਦਾ ਆਪ ਜੀ ਦੀ ਆਗਿਆ ਅਨੁਸਾਰ ਚੱਲਣਾ, ਜਿਵੇਂ ਤੁਸੀਂ ਰੱਖਣਾ ਉਵੇਂ ਹੀ ਰਹਿਣਾ। ਕਿਉਂਕਿ ਗੁਰੂ ਨੂੰ ਜਦੋਂ ਆਪਣਾ ਦੁੱਖ ਦਰਦ ਦੱਸ ਕੇ ਆਪਣਾ ਆਪ ਸੌਂਪ ਦਈਏ ਨਾ, ਫਿਰ ਗੁਰੂ ਦੀ ਜ਼ਿੰਮੇਵਾਰੀ ਜਿੱਥੇ ਮਰਜ਼ੀ ਲੈ ਜਾਵੇ। ਅਸੀਂ ਆਪਣੇ ਆਪ ਨੂੰ ਸੌਂਪਦੇ ਨਹੀਂ, ਫਿਰ ਸਾਨੂੰ ਹੁੰਦਾ ਵੀ ਹੁਣ ਮੇਰਾ ਕੀ ਬਣੇਗਾ। ਅਤੇ ਤੁਸੀਂ ਜੀਤੋ ਜੀ ਆਪਣਾ ਆਪ ਸੌਂਪ ਦਿਓ। ਅਤੇ ਮਾਤਾ ਜੀਤੋ ਜੀ ਕੋ ਕਹਿੰਦੇ ਮਹਾਰਾਜ ਮੈਂ ਸੌਂਪ ਦਿੱਤਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ। ਆਪ ਜੀ ਦੀ ਆਗਿਆ ਅਨੁਸਾਰ ਹੀ ਚੱਲਾਂਗੀ। ਜਗਤ ਤਿਸ ਕੀਨਸ ਅਰਜੀ, ਮਹਾਰਾਜ ਜਗਤ ਦੀ ਰੀਤ ਚੇਤੇ ਆ ਜਾਂਦੀ ਹੈ, ਜਗਤ ਭੁੱਲਦਾ ਨਹੀਂ। ਆਖੋ ਸ੍ਰੀ ਵਾਹਿਗੁਰੂ। ਜਿੰਨਾ ਮਰਜ਼ੀ ਸਾਧਨਾ ਕਰੀਏ, ਧਿਆਨ ਕਰੀਏ, ਜਪ ਕਰੀਏ, ਇਹ ਦੁਨੀਆ ਵੱਲ ਧਿਆਨ ਜਾਂਦਾ ਹੀ ਜਾਂਦਾ। ਜਦੋਂ ਦੁਨੀਆ ਵੱਲ ਧਿਆਨ ਜਾਂਦਾ ਫਿਰ ਚੀਜ਼ਾਂ ਜਿਹੜੀਆਂ ਨੇ ਯਾਦ ਆਉਂਦੀਆਂ ਨੇ। ਮੈਂ ਦੁਨੀਆ ਦੀ ਰੀਤ ਵੇਖ ਕੇ ਵੀ ਹਰ ਪਰਿਵਾਰ ਨੂੰ ਹੁੰਦਾ ਮੇਰਾ ਬੱਚਾ ਜਿੰਦਾ ਰਹੇ, ਮੇਰਾ ਬੱਚਾ ਸੁਖੀ ਰਹੇ, ਮੇਰਾ ਬਾਗ ਪਰਿਵਾਰ ਚੱਲਦਾ ਰਹੇ ਅੱਗੇ ਦੁਨੀਆ 'ਤੇ, ਮੇਰੀ ਜੜ ਲੱਗੀ ਰਹੇ। ਉਹ ਜਿਹੜੀ ਇਨਸਾਨੀ ਫਿਤਰਤ ਹੈ, ਮਨੁੱਖੀ ਮਨ ਦੀ ਇੱਕ ਭੁੱਖ ਹੈ, ਉਹ ਮੈਂ ਜਾਣ ਕੇ ਤੁਹਾਡੇ ਅੱਗੇ ਬਿਆਨ ਕਰ ਬੈਠੀ ਹਾਂ। ਪਰ ਮੈਂ ਆਪਣੀ ਭੁੱਲ ਦੀ ਮਾਫੀ ਮੰਗਦੀ ਹਾਂ ਮਹਾਰਾਜ, ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰੋ। ਆਖੋ ਸਤਿਨਾਮ।
ਮਾਤਾ ਜੀਤੋ ਜੀ ਧੰਨ ਹਨ ਸਾਧ ਸੰਗਤ ਜੀ। ਇੱਥੇ ਪਹੁੰਚਣਾ ਬੜਾ ਔਖਾ ਹੈ। ਇੰਨਾ ਬਚਨ ਮੰਨ ਲੈਣਾ, ਸਭ ਕੁਝ ਦਿਸਦਾ ਪਿਆ, ਤੇ ਇਹ ਵੀ ਪਤਾ ਵੀ ਜੇ ਚਾਹਣ ਮਹਾਰਾਜ ਪਾਸਾ ਪਲਟ ਸਕਦੇ, ਸਾਰੀ ਚੀਜ਼ ਨੂੰ ਹਟਾ ਵੀ ਸਕਦੇ। ਪਰ ਉਹਨਾਂ ਨੇ ਆਖਿਆ ਨਹੀਂ ਮਹਾਰਾਜ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਹੀ ਕਰ ਲਵੋ, ਖੁਸ਼ੀ ਕਰੋ ਤਨ ਛੁਰਾ। ਪਰ ਮੈਨੂੰ ਖੁਸ਼ੀਆਂ ਦੇ ਦਿਓ, ਆਗਿਆ ਦੇ ਦਿਓ। ਮੈਂ ਹੁਣ ਚੋਲਾ ਛੱਡ ਕੇ ਚਲੀ ਜਾਵਾਂ ਇਸ ਦੁਨੀਆ ਤੋਂ, ਕਿਉਂਕਿ ਮੈਂ ਨਹੀਂ ਚਾਹੁੰਦੀ ਆਪਣੀ ਅੱਖਾਂ ਦੇ ਸਾਹਮਣੇ ਉਹ ਸੀਨ ਵੇਖਣਾ ਜਿਹੜਾ ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ, ਜੋ ਮੈਨੂੰ ਨਜ਼ਰ ਆਇਆ ਹੈ। ਉਸ ਪਰਿਵਾਰ ਵਿਛੋੜੇ ਦਾ ਸੀਨ, ਸਰਸਾ ਨਦੀ ਦਾ ਸੀਨ, ਉਹ ਜੰਗ ਯੁੱਧ ਦਾ ਸੀਨ, ਭੁੱਖ ਧਿਆਈ ਦਾ ਸੀਨ, ਅਤੇ ਚਮਕੌਰ ਦੀ ਗੜੀ ਦਾ, ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦਾ, ਨੀਹਾਂ ਵਿੱਚ ਖਲੋਤਿਆਂ ਦਾ, ਉਹ ਮੈਂ ਅੱਖਾਂ ਨਾਲ ਨਾ ਵੇਖਾਂ। ਉਸ ਤੋਂ ਪਹਿਲਾਂ ਮੈਂ ਚਲੀ ਜਾਵਾਂ। ਪਿੱਛੇ ਜਿਵੇਂ ਆਪ ਜੀ ਦੀ ਮਰਜ਼ੀ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਦਾ ਹੁਕਮ, ਆਪ ਜੀ ਵਰਤਾ ਲੈਣਾ ਆਪਣੀ ਕਲਾ। ਮੇਰੇ ਵੱਸ ਕੁਛ ਨਹੀਂ ਹੈ। ਮੈਂ ਤਾਂ ਬੇਨਤੀ ਕੀਤੀ ਹੈ ਵੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਹੀ ਕਰ ਲਿਆ ਜੇ, ਮੈਨੂੰ ਆਗਿਆ ਦੇ ਦਿਓ, ਮੈਂ ਆਪਣੇ ਧਾਮ ਪਹਿਲਾਂ ਹੀ ਚਲੀ ਜਾਵਾਂ। ਐਸੀਆਂ ਮੁਸੀਬਤਾਂ ਮੈਥੋਂ ਵੇਖੀਆਂ ਨਹੀਂ ਜਾਣੀਆਂ। ਮੈਂ ਕੋਮਲ ਮਨ ਵਾਲੀ ਹਾਂ। ਮਾਂ ਦਾ ਮਨ ਕੋਮਲ ਹੁੰਦਾ, ਮਮਤਾ ਹੁੰਦੀ ਹੈ। ਅਤੇ ਮਹਾਰਾਜ ਮਾਤਾ ਜੀ ਦੇ 3 ਸਾਹਿਬਜ਼ਾਦੇ ਸਨ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਮਾਤਾ ਜੀਤੋ ਜੀ ਦੀ ਕੁੱਖ ਤੋਂ ਅਵਤਾਰ ਧਾਰਿਆ। ਵੱਡੇ ਬਾਬਾ ਅਜੀਤ ਸਿੰਘ ਜੀ ਉਹ ਮਾਤਾ ਸੁੰਦਰੀ ਜੀ ਦੀ ਕੁੱਖ ਨੂੰ ਭਾਗ ਲਾਏ। ਤਾਂ ਮਾਤਾ ਜੀ ਕਹਿੰਦੀ ਮੈਂ ਆਪਣੇ ਲਾਲਾਂ ਦੀਆਂ ਸ਼ਹਾਦਤਾਂ ਨਹੀਂ ਵੇਖ ਸਕਾਂਗੀ। ਮਹਾਰਾਜ ਕਹਿੰਦੇ ਜੀਤੋ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਹੀ ਕਰ ਲਓ, ਕਿਉਂਕਿ ਸਾਧ ਸੰਗਤ ਜੀ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ, ਪਰਮੇਸ਼ਰ ਨੇ ਸ਼ਕਤੀ ਦਿੱਤੀ ਹੁੰਦੀ ਹੈ, ਉਹ ਆਪਣੀ ਮਰਜ਼ੀ ਨਾਲ ਹੀ ਆਉਂਦੇ, ਆਪਣੀ ਮਰਜ਼ੀ ਨਾਲ ਹੀ ਚਲੇ ਜਾਂਦੇ। ਜਿਵੇਂ ਭੀਸ਼ਮ ਪਿਤਾਮਾ ਨੂੰ ਵਰ ਮਿਲਿਆ ਹੋਇਆ ਸੀ ਵੀ ਜਿੰਨਾ ਚਿਰ ਮਰਜ਼ੀ ਤੂੰ ਜੀ ਲਵੀਂ, ਜਦੋਂ ਇੱਛਾ ਦਿਲ ਕਰੇ ਉਦੋਂ ਸਰੀਰ ਤਿਆਗ ਦੇ। ਮਾਰਕੰਡੇ ਨੂੰ ਵੀ ਇਸੇ ਤਰ੍ਹਾਂ ਵਰ ਮਿਲਿਆ ਸੀ। ਤਾਂ ਇਹ ਸਿੱਧੀ ਹੁੰਦੀ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਦੇ ਕੋਲ ਹੁੰਦੀ ਹੈ, ਸਾਡੇ ਕੋਲ ਨਹੀਂ ਹੈ। ਪਰ ਜਿਨ੍ਹਾਂ ਕੋਲ ਹੁੰਦੀ ਹੈ ਉਹ ਵਰਤ ਵੀ ਸਕਦੇ ਆ। ਮਹਾਰਾਜ ਕਹਿੰਦੇ ਜੀਤੋ ਜੀ ਤੁਹਾਨੂੰ ਪੂਰਾ ਅਧਿਕਾਰ ਹੈ, ਜੇ ਸਰੀਰ 'ਚ ਰਹਿਣਾ ਚਾਹੋ ਰਹੋ, ਜੇ ਜਾਣਾ ਚਾਹੋ ਜਾ ਸਕਦੇ ਹੋ। ਮਹਾਰਾਜ ਕਹਿੰਦੇ ਦੁਨੀਆ ਤੇ ਜੀਣਾ ਤੇ 4 ਦਿਨਾਂ ਦਾ ਹੀ ਹੈ। ਇਹ ਹਮੇਸ਼ਾ ਨਹੀਂ। ਜੇ ਆਪਾਂ ਕਹੀਏ ਸਾਲ ਹੋਰ, 2 ਸਾਲ ਹੋਰ, 5 ਸਾਲ ਹੋਰ, 10 ਸਾਲ ਹੋਰ, ਫਿਰ ਕਿਹੜਾ ਮਰਨ ਨੂੰ ਜੀ ਕਰੇਗਾ। 10 ਸਾਲ ਬਾਅਦ ਜੇ ਅੱਜ ਆਪਾਂ ਨੂੰ ਕਵੇ ਵੀ ਕੱਲ੍ਹ ਮਰਨਾ, ਅਸੀਂ ਕਹੀਏ 10 ਸਾਲ ਹੋਰ ਦੇ ਦਿਓ, 10 ਸਾਲ ਮਿਲ ਗਏ, 10 ਸਾਲ ਬਾਅਦ ਫਿਰ ਜਾਣ ਨੂੰ ਜੀ ਕਰਨਾ ਕਿਸੇ ਦਾ, ਫਿਰ ਕਵੇਗਾ 10 ਸਾਲ ਹੋਰ ਮਿਲ ਜਾਣ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਜੀਤੋ ਜੀ ਦੁਨੀਆ ਦਾ ਜੀਣਾ 4 ਦਿਨ ਹੀ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਆਪਣੀ ਵਾਰੀ ਵਾਰੀ ਸਭ ਜਾਂਦੇ ਹਨ। ਜਾਣਾ ਜ਼ਰੂਰ ਹੈ, ਕਿਸੇ ਨੇ ਅੱਗੇ ਕਿਸੇ ਨੇ ਪਿੱਛੇ। ਭਾਵੇਂ ਕੋਈ ਸੁਖੀ ਹੈ, ਭਾਵੇਂ ਦੁਖੀ ਹੈ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਕੋਈ ਰਾਜਾ ਭਿਖਾਰੀ ਹੈ, ਨੇੜੇ ਹੈ ਜਾਂ ਦੂਰ ਹੈ, ਮਰਨਾ ਸਾਰਿਆਂ ਨੇ ਹੈ। ਮੌਤ ਦੇ ਦਰਵਾਜ਼ੇ ਤੇ ਰਾਜਾ ਤੇ ਭਿਖਾਰੀ ਬਰਾਬਰ ਹੀ ਜਾਂਦੇ ਹਨ। ਜੰਮਣ ਵਾਲਾ ਮਰੇਗਾ, ਇਹ ਅੰਤ ਨੂੰ ਫੈਸਲਾ ਹੈ। ਜੋ ਜਨਮੈ ਸੋ ਜਾਨੋ ਮੂਆ। ਹਾਂਜੀ, ਮਹਾਰਾਜ ਦੇ ਬਚਨ ਸੁਣ ਕੇ ਮਾਤਾ ਜੀ ਨੇ ਦੋਵਾਂ ਹੱਥਾਂ ਨੂੰ ਮਹਾਰਾਜ ਦੇ ਚਰਨਾਂ ਤੇ ਰੱਖਿਆ ਤੇ ਬੜੇ ਪਿਆਰ ਨਾਲ ਮੱਥਾ ਟੇਕਿਆ ਤੇ ਸਤਿਗੁਰੂ ਜੀ ਦੇ ਚਿਹਰੇ ਦੇ ਵੱਲ ਦਰਸ਼ਨ ਕੀਤੇ। ਸਾਰੇ ਸਰੂਪ ਦੇ ਦਰਸ਼ਨ ਕਰਕੇ ਫਿਰ ਮੱਥਾ ਟੇਕਿਆ ਤੇ ਮਹਾਰਾਜ ਦਾ ਸਰੂਪ ਦੇਖ ਕੇ ਨਾ ਆਪਣੇ ਅੱਖਾਂ 'ਚ ਵਸਾ ਲਿਆ। ਮਹਾਰਾਜ ਦੀ ਫੋਟੋ, ਮਹਾਰਾਜ ਦਾ ਜਿਹੜਾ ਸਰੂਪ ਸੀ ਕਲਗੀਧਰ ਪਾਤਸ਼ਾਹ ਜੀ ਦਾ, ਉਹ ਆਪਣੇ ਹਿਰਦੇ 'ਚ ਵਸਾ ਲਿਆ। ਮਾਤਾ ਜੀ ਨੇ ਨੇਤਰ ਬੰਦ ਕਰ ਲਏ। ਨਮਸਕਾਰ ਕਰ ਕਰਕੇ ਪਿਆਰ ਨਾਲ ਮੱਥੇ ਟੇਕਦੀ ਹੈ, ਦਰਸ਼ਨ ਕਰਦੀ ਹੈ, ਫਿਰ ਮੱਥਾ ਟੇਕਦੀ ਹੈ ਮਾਤਾ। ਤੇ ਪ੍ਰੇਮ ਦੀ ਮੂਰਤੀ ਬਣੀ ਹੋਈ ਆਪਣੇ
ਕਮਰੇ ਵਿੱਚ ਆਪਣੇ ਆਸਣ ਤੇ ਆ ਗਈ ਹੈ। ਹਰ ਇਸ਼ਨਾਨ ਪਾਵਨ ਤਨ ਹੋਇ ਕੈ। ਤੇ ਫਿਰ ਮਾਤਾ ਨੇ ਆਪ ਇਸ਼ਨਾਨ ਕੀਤਾ ਹੈ, ਪਵਿੱਤਰ ਹੋਈ ਕੇਸੀ ਇਸ਼ਨਾਨ ਕੀਤਾ ਹੈ। ਖੁਸ਼ਬੂ ਆਸਨ ਦਾਸਨ ਕਹਿ ਕੈ। ਤੇ ਕੁਸ਼ਾ ਦਾ ਆਸਣ ਢਾ ਲਿਆ ਹੈ, ਭੂਮੀ ਆਸਣ ਕਰ ਲਿਆ ਹੈ। ਦਾਸੀ ਆਦ ਅਬਰ ਬਵਨਾਰੀ। ਜਿਹੜੀਆਂ ਦਾਸੀਆਂ ਮਾਤਾ ਜੀ ਦੀ ਸੇਵਾ ਕਰਦੀਆਂ ਸਨ, ਨਾਲ ਲੰਗਰ ਪਕਵਾਉਂਦੀਆਂ ਸਨ, ਮਾਤਾ ਜੀ ਦੇ ਪਹਿਰੇ ਵਿੱਚ ਰਹਿੰਦੀਆਂ ਸਨ ਦਾਸੀਆਂ, ਕਰਤਜ ਸੇਵਾ ਰਜ ਸੁਖਾਰੀ। ਜਿਹੜੀਆਂ ਮਾਤਾ ਜੀ ਨੂੰ ਬਹੁਤ ਸੇਵਾ ਕਰਦੀਆਂ ਸਨ, ਸੁਖਾਈ ਸੌਖਾ ਰੱਖਦੀਆਂ ਸਨ ਘਰ ਦੇ ਵਿੱਚ। ਕੀਤਿਕ ਪਾਸ ਰਹਿਤ ਤਿਨ ਸਾਥ। ਮਾਤਾ ਜੀ ਦੇ ਕੋਲ ਰਹਿੰਦੀਆਂ ਸਨ ਕਈ ਦਾਸੀਆਂ। ਚਲ ਬੇਕੀ ਕਹਿ ਕਰ ਗਾਥ। ਉਹਨਾਂ ਵਿੱਚੋਂ ਜਿਹੜੀਆਂ ਸਿਆਣੀਆਂ ਸਨ ਤੇ ਖਾਸ ਮਾਤਾ ਜੀ ਦੇ ਕੋਲ ਰਹਿ ਕੇ ਸੇਵਾ, ਗੁਰੂ ਕੇ ਸਿੱਖਾਂ ਦੀਆਂ ਸਿੰਘਣੀਆਂ ਜਿਹੜੀਆਂ ਸਾਧ ਸੰਗਤ ਜੀ, ਜਿਵੇਂ ਸਿੰਘ ਮਹਾਰਾਜ ਦੀ ਸੇਵਾ ਕਰਦੇ ਸੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੈ ਵਿੱਚੋਂ ਜਾਏ, ਭਵ ਸਾਗਰ ਤੋਂ ਬੇੜਾ ਬੰਨੇ। ਗੁਰੂ ਦੀ ਸੇਵਾ ਨੇ ਲਾਣਾ। ਇਸ ਕਰਕੇ ਸਤਿਗੁਰੂ ਕਲਗੀਧਰ ਦੀ ਸੇਵਾ ਸਿੰਘ ਕਰਦੇ ਸਨ। ਉਹਨਾਂ ਦੀਆਂ ਸਿੰਘਣੀਆਂ ਜਿਹੜੀਆਂ ਸਨ ਉਹ ਮਾਤਾ ਜੀ ਦੀ ਸੇਵਾ ਕਰਦੀਆਂ ਸਨ, ਵੀ ਸਾਡੇ ਮਾਤਾ ਜੀ ਨੇ, ਇਹਨਾਂ ਗੁਰਦੇਵ ਮਾਤਾ ਦੀ ਸੇਵਾ ਕਰਾਂਗੀਆਂ, ਸਾਡਾ ਜਨਮ ਸਫਲਾ ਹੋ ਜਾਏਗਾ। ਕੋਈ ਗੁਰੂ ਘਰ 'ਚ ਭਾਂਡੇ ਮਾਂਜਣ ਦੀ ਸੇਵਾ, ਕੋਈ ਕੱਪੜੇ ਧੋਣ ਦੀ, ਕੋਈ ਝਾੜੂ ਪੋਚੇ ਦੀ, ਕੋਈ ਆਟਾ ਗੁੰਨਣ ਦੀ, ਕੋਈ ਦਾਲਾਂ ਦੀ, ਕੋਈ ਲੰਗਰ ਦੀ। ਵੱਡਾ ਕਾਰਜ ਸੀ ਅਨੰਦਪੁਰ ਸਾਹਿਬ, ਕੋਈ ਛੋਟਾ ਥੋੜ੍ਹਾ ਸੀ ਕਾਰਜ। ਉਹ ਸੈਂਕੜੇ ਬੀਬੀਆਂ ਸੇਵਾ ਕਰਦੀਆਂ। ਉਹਨਾਂ 'ਚੋਂ ਜਿਹੜੀਆਂ ਬਹੁਤ ਬੰਦਗੀ ਵਾਲੀਆਂ ਮਾਈਆਂ ਬੀਬੀਆਂ, ਅਭਿਆਸ ਕਰਨ ਵਾਲੀਆਂ, ਨਾਮ ਜਪਣ ਵਾਲੀਆਂ, ਉਹ ਮਾਤਾ ਜੀਤੋ ਜੀ ਦੇ ਕੋਲ ਰਹਿੰਦੀਆਂ ਸਨ। ਉਹਨਾਂ ਖਾਸ ਬੀਬੀਆਂ ਨੂੰ ਆਪਣੇ ਜਾਣੇ ਦੀ ਗੱਲ ਦੱਸ ਦਿੱਤੀ ਹੈ। ਆਪਣੀਆਂ ਦਾਸੀਆਂ ਨੂੰ ਬੁਲਾ ਕੇ ਕਹਿਣ ਲੱਗੇ ਵੀ ਸਾਨੂੰ ਅਕਾਲ ਪੁਰਖ ਦਾ ਹੁਕਮ ਆ ਗਿਆ, ਅਸੀਂ ਆਪਣੀ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਰਹੇ ਹਾਂ। ਜੋ ਭਾਈ ਤੁਸੀਂ ਮੰਗਣਾ ਮੰਗੋ ਸਾਡੇ ਕੋਲੋਂ। ਤੇ ਦਾਸੀਆਂ ਨੇ ਜੋ ਵੀ ਕੋਈ ਮਨ ਦੀ ਇੱਛਾ ਸੀ, ਜੈਸੀ ਜੈਸੀ ਉਹਨਾਂ ਦੀ ਭਾਵਨਾ ਸੀ, ਜੋ ਵੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ, ਮਾਤਾ ਜੀ ਨੇ ਝੋਲੀਆਂ ਭਰ ਦਿੱਤੀਆਂ ਹਨ। ਮਨ ਭਾਵਤ ਸਭ ਹੂੰ ਭਰ ਲਿਓ। ਮਨ ਭਾਉਂਦੇ ਵਰ ਸਾਰਿਆਂ ਨੇ ਲਏ ਨੇ। ਆਸਨ ਕਰ ਬੈਠੀ ਤਤਕਾਲਾ। ਤੇ ਮਾਤਾ ਜੀ ਆਸਣ ਤੇ ਬਿਰਾਜੇ ਹਨ। ਸਾਧਿਓ ਪੂਰਬ ਜੋਗ ਵਿਸਾਲਾ। ਜਿਹੜਾ 1 ਸਾਲ ਤੋਂ ਜੋਗ ਸਾਧ ਰਹੇ ਸਨ, ਲਗਾਤਾਰ ਭਜਨ ਬੰਦਗੀ 'ਚ ਲੀਨ ਸਨ, ਆਪਣੇ ਸਵਾਸਾਂ ਤੇ, ਆਪਣੇ ਫੁਰਨਿਆਂ ਤੇ, ਆਪਣੀ ਮਨ ਬੁੱਧੀ ਤੇ ਕੰਟਰੋਲ ਕਰ ਲਿਆ ਸੀ। ਆਖੋ ਸ੍ਰੀ ਵਾਹਿਗੁਰੂ। ਯੋਗ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਕਾਬੂ 'ਚ ਕਰ ਲੈਣਾ, ਖਿਆਲਾਂ ਨੂੰ, ਬਿਰਤੀਆਂ ਨੂੰ, ਜਿਹੜੀਆਂ ਅੰਦਰ ਉੱਠਦੀਆਂ ਨੇ ਭਾਂਤ ਭਾਂਤ ਦੀਆਂ ਬਿਰਤੀਆਂ, ਉਹਨਾਂ ਨੂੰ ਸਾਰੀਆਂ ਨੂੰ ਸੰਜਮ 'ਚ ਲੈ ਆਉਣਾ। ਐਸਾ ਜਿਹੜਾ ਯੋਗ ਸਾਧਿਆ ਸੀ ਮਾਤਾ ਜੀ ਨੇ, ਉਸ ਅਭਿਆਸ ਬਲ ਦੇ ਨਾਲ ਆਪਣੇ ਸਵਾਸਾਂ ਨੂੰ ਖਿੱਚਿਆ ਹੈ। ਬੜੇ ਬਲ ਦੇ ਨਾਲ ਸਵਾਸਾਂ ਦੀ ਸਾਰੀ ਜਿਹੜੀ 5 ਪ੍ਰਾਣ ਹੁੰਦੇ ਸਾਧ ਸੰਗਤ ਜੀ ਸਰੀਰ ਦੇ ਵਿੱਚ, ਪ੍ਰਾਣ, ਅਪਾਨ, ਵਿਆਨ, ਸਮਾਨ ਤੇ ਉਦਾਨ, ਤੇ 5 ਉਪ ਪ੍ਰਾਣ ਹੁੰਦੇ ਆ। ਉਹ ਸਾਰਿਆਂ ਨੂੰ ਮਾਤਾ ਜੀ ਸਾਧ ਚੁੱਕੇ ਸਨ। ਪਹਿਲਾਂ ਸਾਧਨਾ ਪੂਰਨ ਹੋ ਚੁੱਕੀ ਸੀ। ਆਪ ਉਸ ਬਲ ਦੇ ਨਾਲ ਆਪਣੇ ਸਵਾਸਾਂ ਨੂੰ ਖਿੱਚਿਆ ਹੈ। ਸਾਰੇ ਸਵਾਸ ਜਿਹੜੇ ਹਨ ਨਾਭੀ ਤੋਂ ਉਠਾ ਕੇ ਸਵਾਸਾਂ ਦੀ ਗੰਢ ਖੁੱਲ ਗਈ ਹੈ ਤੇ ਸਾਰੇ 10ਵੇਂ ਦੁਆਰ ਵੱਲ ਚੜਾ ਲਏ ਹਨ। ਤੇ ਫਿਰ ਜ਼ੋਰ ਪਾ ਕੇ ਨਾ ਇੱਕ ਹੈ ਚੋਟ ਸਜਾਇਆ, ਐਸੀ ਚੋਟ ਮਾਰੀ ਹੈ 10ਵੇਂ ਦੁਆਰ ਫੋੜ ਦਿੱਤਾ ਹੈ। ਔਰ ਉੱਪਰੋਂ ਫਿਰ ਉਹ ਪ੍ਰਕਾਸ਼ ਹੋਇਆ, ਜੋਤ ਉੱਥੋਂ ਨਿਕਲੀ ਤੇ ਬ੍ਰਹਮਰੰਦਰ ਤੋਂ ਜੋਤ ਸੱਚਖੰਡ ਵੱਲ ਪਿਆਨਾ ਕਰ ਗਈ ਹੈ। ਜਦੋਂ ਮਾਤਾ ਜੀ ਜੋਤੀ ਜੋ ਸਮਾ ਗਏ, ਮਾਤਾ ਜੀਤੋ ਜੀ ਜੋਤ ਜੋਤ ਚ ਰਲ ਗਈ, ਦਾਸੀਆਂ ਦੌੜ ਕੇ ਗਈਆਂ ਹਨ। ਮਾਤਾ ਗੁਜਰੀ ਕੋ ਸੁਧ ਦਈ। ਜਾ ਕੇ ਮਾਤਾ ਗੁਜਰੀ ਨੂੰ ਖਬਰ ਦਿੱਤੀ ਹੈ, ਮਾਤਾ ਜੀ ਨੂੰ ਜਾ ਕੇ ਦੱਸਿਆ ਹੈ। ਮਾਤਾ ਗੁਜਰੀ ਤਾਂ ਇੱਕਦਮ ਹੈਰਾਨ ਹੋ ਗਈ, ਇਹ ਖਬਰ ਸੁਣ ਕੇ ਦੌੜ ਕੇ ਆਈ ਹੈ। ਮਾਤਾ ਵੱਡੀ ਆਪਣੀ ਵੱਡੀ ਨੂੰਹ ਦਾ ਇਹ ਹਾਲ ਵੇਖ ਕੇ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। ਵੇਖ ਕੇ ਮਾਤਾ ਜੀ ਬੜੇ ਵਿਆਕੁਲ ਹੋਏ ਹਨ। ਫਿਰ ਮਾਤਾ ਸੁੰਦਰੀ ਜੀ ਨੂੰ ਪਤਾ ਲੱਗਾ, ਉਹ ਵੀ ਦੌੜੇ ਆਏ ਹਨ। ਆ ਕੇ ਸਾਰੀਆਂ ਵਿਰਾਗ ਕਰਨ ਲੱਗ ਪਈਆਂ ਹਨ।
ਬੜਾ ਭਾਰੀ ਪ੍ਰਤਾਪ ਸੀ। ਮਾਤਾ ਜੀਤੋ ਜੀ ਵੱਡੇ ਸਨ, ਗੁਰੂ ਘਰ ਦੇ ਵਿੱਚ ਉਹਨਾਂ ਦੀ ਬੜੀ ਮਹਿਮਾ ਸੀ। ਤੋ ਜਦੋਂ ਵੇਖਿਆ ਸਾਰਿਆਂ ਨੇ, ਸਤਿਗੁਰ ਪਠ ਦਾਸ ਹਟਾਈ। ਮਹਾਰਾਜ ਨੇ ਵੇਖਿਆ ਸਾਰੀਆਂ ਮਾਈਆਂ ਬਿਰਾਗ ਕਰ ਰਹੀਆਂ ਨੇ। ਕਲਗੀਧਰ ਜੀ ਨੇ ਸੇਵਾਦਾਰ ਭੇਜੇ, ਸਿਆਣੇ ਸਿੱਖ ਭੇਜੇ ਵੀ ਉਹਨਾਂ ਨੂੰ ਕਹੋ ਇਹ ਬਾਹ ਪੁਰਸ਼ਾਂ ਦੀ ਮੌਤ ਪਾਈ, ਇਹਨਾਂ ਨੂੰ ਨਹੀਂ ਰੋਣਾ। ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਕਤ ਵਾਪਰੇ, ਜੋ ਹਾਟੈ ਹਾਟ ਵਿਕਾਏ। ਇਹ ਤਾਂ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਪਰਮੇਸ਼ਰ ਦੇ ਸਰੂਪ 'ਚ ਜਾ ਵਿਰਾਜੇ ਨੇ। ਇਹਦਾ ਸੱਚਖੰਡ ਜਾ ਵਿਰਾਜੇ ਨੇ। ਮਹਾਰਾਜ ਪਰਮੇਸ਼ਰ ਨਾਲ ਅਭੇਦ ਹੋ ਗਏ ਨੇ। ਇਹਨਾਂ ਦੇ ਸਰੀਰ ਦਾ ਸੰਸਕਾਰ ਕਰੋ। ਕਲਗੀਧਰ ਜੀ ਦਾ ਹੁਕਮ ਹੋਇਆ, ਸੰਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ। ਮਾਤਾ ਜੀ ਨੂੰ ਬੀਬੀਆਂ ਨੇ ਇਸ਼ਨਾਨ ਕਰਾਇਆ, ਮਾਤਾ ਸੁੰਦਰੀ ਜੀ ਨੇ, ਔਰ ਰਲ ਮਿਲ ਕੇ ਦਾਸੀਆਂ ਨੇ ਸਾਰੀਆਂ ਨੇ ਮਾਤਾ ਜੀਤੋ ਜੀ ਦਾ ਸੁੰਦਰ ਵਿਮਾਨ ਸਜਾਇਆ ਹੈ। ਚਾਰੇ ਬੱਚੇ ਸਾਹਿਬਜ਼ਾਦੇ ਨਾਲ ਚੱਲੇ ਹਨ। ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੋਹਾਂ ਭਰਾਵਾਂ ਨੇ ਅਗਲੇ ਪਾਸੇ ਲੱਗ ਕੇ ਮਾਤਾ ਜੀ ਦਾ ਵਿਮਾਨ ਮੋਢਿਆਂ ਤੇ ਚੁੱਕ ਲਿਆ। ਪਿੱਛੇ ਬਾਕੀ ਸਿੰਘ ਲੱਗ ਗਏ ਨੇ, ਕਿਉਂਕਿ ਬਾਬਾ ਫਤਿਹ ਸਿੰਘ ਜੀ 2 ਸਾਲ ਦੇ ਸਨ। ਆਖੋ ਸ੍ਰੀ ਵਾਹਿਗੁਰੂ। ਉਹ ਗੋਦੀ ਬਾਬਾ ਜੁਝਾਰ ਸਿੰਘ ਜੀ, ਉਦੋਂ ਜੋਰਾਵਰ ਸਿੰਘ ਜੀ ਜਿਹੜੇ ਸਨ ਉਹ ਵੀ 4 ਸਾਲ ਦੇ ਸਨ। ਤੇ ਬਾਕੀ ਸਾਹਿਬਜ਼ਾਦੇ ਜਿਹੜੇ ਉਹ ਵੀ ਅਜੇ ਛੋਟੇ ਸਨ, ਭਾਵ ਦਾੜੀਆਂ ਮੁੱਛਾਂ ਨਹੀਂ ਸਨ ਆਈਆਂ। ਪਰ ਬਾਬਾ ਅਜੀਤ ਸਿੰਘ ਜੀ 15 ਸਾਲ ਦੇ ਸਨ, ਬਾਬਾ ਜੁਝਾਰ ਸਿੰਘ ਜੀ 13 ਸਾਲ ਦੇ ਸਨ। ਇਸ ਤਰ੍ਹਾਂ ਸਾਹਿਬਜ਼ਾਦੇ ਉਹ ਸਾਧ ਸੰਗਤ ਜੀ ਆਪਣੇ ਮਾਤਾ ਜੀ ਨੂੰ ਲੈ ਕੇ ਸਾਰਾ ਖਾਲਸਾ, ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਇਹ ਸਾਰੇ ਸਿੰਘ ਮਾਤਾ ਜੀ ਦਾ ਵਿਮਾਨ ਲੈ ਕੇ ਕੀਰਤਨ ਕਰਦੇ ਚੱਲ ਪਏ ਹਨ। ਹਜ਼ਾਰਾਂ ਹੀ ਸੰਗਤਾਂ ਹਨ, ਨਗਰ ਨਿਵਾਸੀ ਹਨ, ਬੀਬੀਆਂ ਹਨ। ਮਾਤਾ ਜੀ, ਮਾਤਾ ਜੀਤੋ ਜੀ ਦਾ ਵਿਮਾਨ ਮੋਢਿਆਂ ਤੇ ਧਰਿਆ। ਰਬਾਬੀ ਸਿੰਘ ਸ਼ਬਦ ਪੜ੍ਹਦੇ ਜਾਂਦੇ ਅੱਗੇ ਅੱਗੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਅੰਤੇ ਚਾਲਿਓ ਅੰਤੇ ਰਾਖਿਓ ਚੀਤ। ਇਸ ਤਰ੍ਹਾਂ ਬਾਣੀ ਪੜ੍ਹਦੇ ਹੋਏ, ਸ਼ਬਦ ਕੀਰਤਨ ਕਰਦੇ ਹੋਏ ਲਈ ਜਾਂਦੇ ਹਨ। ਜਿਸ ਜਗ੍ਹਾ ਦਾ ਨਾਮ ਅਗੰਮਪੁਰਾ ਹੈ, ਅੱਜ ਕੱਲ੍ਹ ਉਸ ਜਗ੍ਹਾ ਨੂੰ ਅਗੰਮਪੁਰਾ ਕਹਿੰਦੇ ਨੇ, ਅਗੰਮਗੜ੍ਹ ਕਹਿੰਦੇ ਨੇ। ਹੋਲਗੜ੍ਹ ਦੇ ਕਿਲੇ ਤੋਂ ਅਗਲੇ ਪਾਸੇ ਸਤਲੁਜ ਵੱਲ ਜਦੋਂ ਆਪਾਂ ਅਨੰਦਪੁਰ ਸਾਹਿਬ ਤੋਂ ਸਾਧ ਸੰਗਤ ਜੀ ਫਾਟਕ ਪਾਰ ਕਰਕੇ ਦੁਆਬੇ ਵਾਲੀ ਸੜਕ ਤੇ ਚੜ੍ਹਦੇ ਆ ਨਾ, ਜਿਹੜੀ ਗੜ੍ਹ ਸ਼ੰਕਰ ਵੱਲ ਇੱਧਰ ਜਾਂਦੀ ਹੈ ਸਤਲੁਜ ਨੂੰ ਪਾਰ ਕਰਨ ਵਾਸਤੇ, ਉਹ ਸਤਲੁਜ ਤੋਂ ਪਹਿਲਾਂ ਹੀ ਗੁਰਦੁਆਰੇ ਆਉਂਦੇ। ਕਿਲ੍ਹਾ ਹੋਲਗੜ੍ਹ ਆਉਂਦਾ, ਜਿੱਥੇ ਮਹਾਰਾਜ ਹੋਲਾ ਖੇਡਿਆ ਕਰਦੇ ਸੀ, 10ਵੇਂ ਪਾਤਸ਼ਾਹ ਦੀਵਾਨ ਲਾਉਂਦੇ ਸੀ ਹੋਲਗੜ੍ਹ ਦਾ। ਤੇ ਦੂਸਰਾ ਅਗਲੇ ਪਾਸੇ ਅਗੰਮਗੜ੍ਹ, ਅਗੰਮਪੁਰਾ ਮਾਤਾ ਜੀ ਦਾ ਅੰਗੀਠਾ, ਮਾਤਾ ਜੀਤਾ ਜੀ ਦਾ। ਸਾਰੀ ਸੰਗਤ ਮਾਤਾ ਜੀ ਦਾ ਵਿਮਾਨ ਲੈ ਕੇ ਅਗੰਮਪੁਰੇ ਨੂੰ ਚੱਲ ਪਈ ਹੈ। ਜੋ ਮਹਾਰਾਜ ਨੇ ਦੱਸਿਆ ਵੀ ਇੱਥੇ ਉਹਨਾਂ ਦਾ ਸੰਸਕਾਰ ਕਰਨਾ, ਉਹਨਾਂ ਦਾ ਪੁਰਾਤਨ ਤਪ ਸਥਾਨ ਵੀ ਹੈ। ਮਾਤਾ ਜੀਤੋ ਜੀ ਪਿਛਲੇ ਜਨਮਾਂ 'ਚ ਵੀ ਇੱਥੇ ਭਜਨ ਬੰਦਗੀ ਕਰ ਗਏ। ਲੱਖਾਂ ਸਾਲਾਂ ਤੋਂ ਰੂਹਾਂ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਮਹਾਂਪੁਰਸ਼ਾਂ ਦੀਆਂ ਆਉਂਦੀਆਂ ਰਹਿੰਦੀਆਂ। ਦੁਨੀਆ ਦਾ ਭਵ ਸਾਗਰ ਤੋਂ ਬੇੜਾ ਬੰਨੇ ਲਾਉਣ ਵਾਸਤੇ ਇਹ ਮਹਾਂਪੁਰਸ਼ ਮੁਕਤ ਨਹੀਂ ਮੰਗਦੇ, ਕਹਿੰਦੇ ਅਸੀਂ ਸਦਾ ਹੀ ਮੁਕਤ ਆਉਂਦੇ ਜਾਂਦੇ ਸੰਸਾਰ ਦਾ ਭਲਾ ਕਰਦੇ। ਉਸੇ ਮਾਤਾ ਜੀ ਦੇ ਸਥਾਨ ਤੇ ਜਾ ਕੇ ਤਪ ਸਥਾਨ ਤੇ ਫਿਰ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਵੀ ਉੱਥੇ ਅੰਗੀਠਾ ਚਿਣਿਆ ਹੈ। ਅੱਗੇ ਅੱਗੇ ਰਬਾਬੀ ਸ਼ਬਦ ਪੜ੍ਹਦੇ ਨੇ, ਪੌੜੀਆਂ ਪੜ੍ਹਦੇ ਨੇ। ਸਿੱਖ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਨੇ। ਚੰਦਨ ਦੀ ਲੱਕੜੀ ਮੰਗਾਈ ਗਈ ਹੈ। ਖਾਲਸੇ ਨੇ ਬੜੀ ਸ਼ਰਧਾ ਨਾਲ ਆਪਣੀ ਮਾਤਾ ਦਾ ਅੰਗੀਠਾ ਸਜਾਇਆ ਹੈ। ਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਤੇ ਮਾਤਾ ਜੀ ਨੂੰ
ਅਗਨ ਭੇਟ ਕੀਤਾ ਹੈ। ਜਿਤ ਜਬ ਭ੍ਰਿਤ ਪਾਏ ਸਮੁਦਾਏ ਉੱਤੇ ਸਾਧ ਸੰਗਤ ਦੀ ਸਮੱਗਰੀ ਪਾਈ ਹੈ ਬੜੀ ਸੁੰਦਰ, ਜੌਂ ਤਿਲ ਘਿਓ ਆਦਿਕ, ਕਰੀ ਪ੍ਰਕਰਮਾ ਫਿਰ ਚਹੁਕਾਏ ਔਰ ਚਾਰੇ ਪਾਸੇ ਪਰਿਕਰਮਾ ਕਰਕੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਦੇ ਹੱਥ ਲਵਾਏ, ਬਾਬਾ ਅਜੀਤ ਸਿੰਘ ਜੀ, ਚਾਰੇ ਸਾਹਿਬਜ਼ਾਦਿਆਂ ਨੇ ਰਲ ਕੇ ਮਾਤਾ ਦਾ ਸੰਸਕਾਰ ਕੀਤਾ ਹੈ। ਅਬ ਰੋਕੀ ਜਬ ਆਦਿਤ ਜਰੀ ਜਦੋਂ ਸੰਸਕਾਰ ਹੋ ਗਿਆ ਥੋੜਾ ਜਿਹਾ ਅੱਧਾ ਕੁ, ਪੁੱਤਰ ਕਪਾਲ ਕਰਿਆ ਤਬ ਕਰੀ ਤਾਂ ਕਪਾਲ ਕਿਰਿਆ ਮਰਜ਼ਾਦਾ ਹੁੰਦੀ, ਕੀਰਤਨ ਸੋਹਲੇ ਦਾ ਪਾਠ ਖਾਲਸੇ 'ਚ ਚੱਲਦਾ ਹੈ, ਮਰਜ਼ਾਦਾ ਪੰਥ ਦੀ ਹੈ। ਪੁਰਾਤਨ ਜ਼ਮਾਨੇ 'ਚ ਕਪਾਲ ਕਿਰਿਆ ਉਹ ਸੋਟਾ ਮਾਰ ਕੇ ਕਰਦੇ ਸੀਗੇ। ਮਹਾਰਾਜ ਨੇ ਮਰਜ਼ਾਦਾ ਬੰਨ੍ਹਤੀ, ਉਹਦੀ ਥਾਂ ਤੇ ਭਾਈ ਕੀਰਤਨ ਸੋਹਲੇ ਦਾ ਪਾਠ ਕਰੋ ਤੇ ਇਹ ਸਰੀਰ ਦਾ ਮੋਹ ਛੱਡ ਕੇ ਪਰਮੇਸ਼ਰ ਦਾ ਨਾਮ ਜਪੋ। ਵੀਆਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਇਹ ਉਪਦੇਸ਼ ਗ੍ਰਹਿਣ ਕਰੋ। ਸੋ ਮਹਾਰਾਜ ਨੇ ਇਸ ਤਰ੍ਹਾਂ ਮਰਜ਼ਾਦਾ ਕੀਤੀ ਹੈ। ਕੀਰਤਨ ਸੋਹਲੇ ਦਾ ਪਾਠ ਕਰਕੇ ਸਾਰਿਆਂ ਨੇ 5 ਇਸ਼ਨਾਨੇ ਕੀਤੇ ਹਨ, ਇਸ਼ਨਾਨ ਕੀਤੇ ਹਨ ਦਰਿਆ ਵਿੱਚ, ਅਤੇ ਅਲਾਣੀਆਂ ਦੇ ਪਾਠ ਕੀਤੇ ਹਨ। ਤਦਰਵ ਨਿਕਟ ਗਏ ਚਲ ਫੇਰ ਫਿਰ ਸੰਸਕਾਰ ਤੋਂ ਬਾਅਦ ਸਾਰੀ ਸੰਗਤ ਸਤਲੁਜ ਦੇ ਕਿਨਾਰੇ ਗਈ ਹੈ। ਇਸ਼ਨਾਨ ਸਭਨ ਤਿਸ ਫੇਰ ਸਾਰਿਆਂ ਨੇ ਦਰਿਆ ਵਿੱਚ ਇਸ਼ਨਾਨ ਕੀਤਾ ਹੈ। ਪੁਰਾਤਨ ਮਰਜ਼ਾਦਾ ਸੀ, ਅੱਜ ਕੱਲ੍ਹ ਦੇ ਇਹਨੂੰ ਬਾਹਮਣਵਾਦ ਸਮਝਦੇ ਆ, ਪਰ ਸਾਧ ਸੰਗਤ ਜੀ ਬਿਰਤੀ ਪਵਿੱਤਰ ਹੋ ਜਾਂਦੀ ਹੈ ਜਦੋਂ ਆਪਾਂ ਸੰਸਕਾਰ ਕਰਕੇ ਇਸ਼ਨਾਨ ਕਰਾਂਗੇ ਨਾ, ਫਿਰ ਪਰਮੇਸ਼ਰ ਦਾ ਨਾਮ ਜਪਾਂਗੇ, ਉਹਦਾ ਕੋਈ ਆਨੰਦ ਵੱਖਰਾ ਹੋਵੇਗਾ। ਇਹ ਤਾਂ ਤੁਸੀਂ ਜਾਣ ਹੀ ਲਓ, ਮਹਿਸੂਸ ਹੀ ਕਰ ਲਓ। ਅੱਜ ਕੱਲ੍ਹ ਸਾਡਾ ਭਜਨ ਬਾਣੀ 'ਚ ਵੀ ਬਹੁਤਾ ਮਨ ਕਿਉਂ ਨਹੀਂ ਲੱਗਦਾ? ਅਸੀਂ ਸੁੱਚਮ ਦਾ ਵੀ ਕੋਈ ਖਿਆਲ ਨਹੀਂ ਰੱਖਦੇ। ਖਾ ਲਿਆ, ਖਾਣ ਲੱਗੇ ਹੱਥ ਨਹੀਂ ਧੋਏ, ਖਾ ਕੇ ਫੇਰ ਨਹੀਂ ਹੱਥ ਧੋਏ, ਜੂਠੇ ਮਿੱਠੇ ਹੱਥ ਇੱਧਰ ਉੱਧਰ ਲਾਈ ਜਾਣੇ, ਬਿਰਤੀ ਉਹੋ ਜਿਹੀ ਹੋ ਜਾਂਦੀ। ਇਸ ਕਰਕੇ ਭਾਈ ਜਿੰਨੀ ਪਵਿੱਤਰਤਾ ਰੱਖੋ ਓਨਾ ਭਲਾ। ਹਾਂ, ਵਹਿਮ ਵੀ ਨਾ ਇਹ ਹੋਵੇ ਵੀ ਬੰਦਾ ਵਹਿਮੀ ਬਣ ਜਾਵੇ, ਉਹ ਵੀ ਨਹੀਂ ਕਹਿੰਦੇ, ਪਰ ਸੁੱਚਮ ਤਾਂ ਜ਼ਰੂਰੀ ਹੈ ਨਾ। ਆਪਾਂ ਕਹਿੰਦੇ ਇਹ ਤਾਂ ਬਾਹਮਣਵਾਦ ਹੈ, ਹਰ ਚੀਜ਼ ਨੂੰ ਬਾਹਮਣਵਾਦ ਕਹਿ ਕੇ ਛੱਡ ਦਿਓਗੇ ਤੇ ਗਲੀਚ ਬਿਰਤੀ ਹੋ ਜਾਏਗੀ। ਸਾਰਿਆਂ ਨੇ ਇਸ਼ਨਾਨ ਪਾਣ ਕੀਤੇ ਹਨ, ਬਾਣੀ ਦੇ ਪਾਠ ਕੀਤੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾਈਆਂ ਹਨ। ਮਾਤਾ ਜੀ ਨੂੰ ਤਿਲਾਂਜਲੀ ਦਿੱਤੀ ਹੈ, ਭਾਵ ਤਿਆਗਿਆ ਹੁੰਦਾ ਵੀ ਸੰਬੰਧ ਟੁੱਟ ਗਏ। ਤਿਲਾਂਜਲੀ ਦਾ ਇਹ ਮਤਲਬ ਹੁੰਦਾ ਵੀ ਹੁਣ ਬਸ ਇੰਨਾ ਹੀ ਸੰਬੰਧ ਸੀਗਾ, ਹੁਣ ਇਹ ਸੰਬੰਧ ਖਤਮ ਹੋ ਜਾਂਦੇ ਆ, ਸਰੀਰਾਂ ਦੇ ਮੋਹ ਬੰਧਨ ਕੱਟੇ ਜਾਂਦੇ ਆ। ਗੁਰੂ ਗੁਰੂ ਜਪਦੀਆਂ ਸੰਗਤਾਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਈਆਂ ਹਨ। ਸੰਗਤਾਂ ਕਲਗੀਧਰ ਪਾਤਸ਼ਾਹ ਦੇ ਕੋਲ ਬਹਿ ਕੇ ਅਫਸੋਸ ਕਰਦੀਆਂ ਹਨ। ਹੁਣ ਇਹ ਪੁੱਛਦੇ ਨੇ ਵੀ ਕਿਵੇਂ ਸਰੀਰ ਤਿਆਗਿਆ, ਤੇ ਉਹ ਬਚਨ ਜਦੋਂ ਚੱਲਿਆ ਹੁਣ ਇਹ ਬਚਨ ਕਲਗੀਧਰ ਪਾਤਸ਼ਾਹ ਦੇ ਕੋਲ ਕਰਨ ਵਾਲੇ ਵੀ ਕੋਈ ਆਮ ਆਦਮੀ ਨਹੀਂ ਸਨ। ਨਾਮ ਜਪਣ ਵਾਲੇ ਸਾਧੂ ਸੰਤ ਮਹਾਤਮਾ ਗੁਰੂ ਸਾਹਿਬ ਕੋਲ ਬਹੁਤ ਸੰਪਰਦਾਵਾਂ ਦੇ ਆਉਂਦੇ ਸਨ। ਅੱਜ ਕੱਲ੍ਹ ਦੇ ਸਿੱਖ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਹੁੰਦੇ ਨਾ ਸਾਧ ਸੰਗਤ ਜੀ, ਤੇ ਪੰਥ ਚੋਂ ਛੇਕ ਦਿੰਦੇ, ਕਹਿੰਦੇ ਵੀ ਇਹ ਤੇ ਸੰਨਿਆਸੀਆਂ ਕੋਲ ਬੈਠੇ ਆ, ਬੈਰਾਗੀਆਂ ਕੋਲ ਬੈਠੇ ਆ, ਉਦਾਸੀਆਂ ਕੋਲ ਬੈਠੇ ਆ, ਕਿਉਂਕਿ ਗੁਰੂ ਨਾਲੋਂ ਵੱਡੇ ਜੋ ਹੋ ਗਏ ਹੁਣ ਆਪਾਂ ਸਾਰੇ ਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਗੁਰੂ ਸਾਹਿਬ ਕੋਲ ਸਾਰੇ ਆਉਂਦੇ ਸਨ। ਇੱਕ ਬੈਰਾਗੀ ਸਾਧ ਵੀ ਰਹਿੰਦਾ ਸੀ, ਉਹਦਾ ਨਾਂ ਸੀ ਪਰਸਰਾਮ। ਹਾਂਜੀ, ਉਹ ਮਹਾਰਾਜ ਕੋਲ ਬੈਠਾ, ਮਾਤਾ ਜੀ ਦਾ ਅਫਸੋਸ ਕਰ ਰਿਹਾ। ਬੈਰਾਗੀ ਸੰਪਰਦਾ ਹੈ ਰਾਮਾਨੰਦ ਜੀ ਦੀ, ਕੰਠੀ ਪਾਉਂਦੇ ਨੇ ਗਲ ਦੇ ਵਿੱਚ। ਉਹ ਸਾਧੂ ਬੈਠਾ ਮਹਾਰਾਜ ਨੂੰ ਜਦੋਂ ਉਹਨੇ ਸੁਣਿਆ ਨਾ ਵੀ ਮਾਤਾ ਜੀ 1 ਸਾਲ ਤੋਂ ਯੋਗ ਸਾਧਨਾ 'ਚ ਲਗਾਤਾਰ ਦਿਨ ਰਾਤ ਜੁੜੇ ਹੋਏ ਸਨ, ਨਾਮ ਦਾ ਅਭਿਆਸ ਕਰ ਰਹੇ ਸਨ, ਤੇ 10ਵੇਂ ਦੁਆਰ ਦੁਆਰਾ ਉਹਨਾਂ ਨੇ ਆਪਣੇ ਸਵਾਸ ਤੇ ਅੱਗੇ ਸੱਚਖੰਡ ਨੂੰ ਚਾਲਾ ਮਾਰਿਆ। ਜਦੋਂ ਉਸ ਸਾਧ ਨੇ ਸੁਣਿਆ, ਬ੍ਰਹਮ ਰੰਦਰ ਫੋੜ ਕੇ ਮਹਾਰਾਜ ਦੇ ਮਹਿਲ ਮਾਤਾ ਜੀਤੋ ਜੀ ਸੱਚਖੰਡ ਗਏ ਹਨ। ਬੜਾ ਹੈਰਾਨ ਹੋਇਆ, ਕਿਉਂਕਿ ਉਹਨੂੰ ਵਿਚਾਰੇ ਨੂੰ ਅਜੇ ਉਹ ਪ੍ਰਾਪਤੀ ਨਹੀਂ ਸੀ ਹੋਈ। ਆਖੋ ਸ੍ਰੀ ਵਾਹਿਗੁਰੂ। ਐਡਾ ਸਾਧ ਸੀਗਾ, ਪਰ ਉਹ ਗੱਲ ਨਹੀਂ ਸੀ ਬਣੀ, ਅਜੇ ਪਹੁੰਚਿਆ ਨਹੀਂ ਸੀ ਟਿਕਾਣੇ। ਇੱਧਰੋਂ ਮਾਤਾ ਇਸਤਰੀ ਦਾ ਜਾਮਾ, ਇਸਤਰੀਆਂ ਬਾਰੇ ਤਾਂ ਸੋਚਦੇ ਆ ਵੀ ਪਤਾ ਨਹੀਂ ਇਹ ਕਿੱਥੇ ਜਾਣਗੀਆਂ, ਮੁਕਤੀ ਹੋਣੀ ਕਿ ਨਹੀਂ ਹੋਣੀ। ਅੱਧੇ ਤਾਂ ਇਸਤਰੀ ਦੀ ਮੁਕਤੀ ਮੰਨਦੇ ਹੀ ਨਹੀਂ। ਬਹੁਤੇ ਸਾਧ ਹਿੰਦੂਆਂ ਦੇ ਸੰਪਰਦਾਵਾਂ ਦੇ ਜਾਂ ਇਹੋ ਜਿਹੇ ਪੰਡਤ ਵੀ ਹਨ, ਉਹ ਕਹਿੰਦੇ ਮੁਕਤੀ ਜਨਾਨੀ ਦੀ ਹੋ ਹੀ ਨਹੀਂ ਸਕਦੀ। ਪਰ ਮਹਾਰਾਜ ਕਹਿੰਦੇ ਅਰਧ ਸਰੀਰੀ ਮੋਖ ਦੁਆਰੀ,
ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਗੱਫੇ ਖੁੱਲੇ ਹਨ। ਜਦੋਂ ਮਾਤਾ ਜੀਤੋ ਜੀ ਦੀ ਅਵਸਥਾ ਵੇਖੀ ਨਾ ਤੇ ਉਹ ਸਾਧ ਦੇ ਮਨ 'ਚ ਆਇਆ ਵੀ ਇਸਤਰੀ ਜਾਮਾ ਤੇ ਬ੍ਰਹਮ ਅੰਦਰ ਫੋੜ ਕੇ ਸਵਾਸ ਤਿਆਗੇ ਹਨ। ਉਹਨੇ ਮਹਾਰਾਜ ਨੂੰ ਹੈਰਾਨ ਹੋ ਕੇ ਪੁੱਛਣ ਵਾਸਤੇ ਬੇਨਤੀ ਕੀਤੀ, ਇਹ ਕਲਗੀਧਰ ਪਿਤਾ ਜੀ ਜਿਵੇਂ ਵੱਡੇ ਭਾਗਾਂ ਵਾਲੇ ਮਾਤਾ ਜੀਤੋ ਜੀ ਨੂੰ ਆਪ ਜੀ ਨੇ ਉਪਦੇਸ਼ ਦਿੱਤਾ ਸੀ, ਕਿਰਪਾ ਕਰਕੇ ਮੈਨੂੰ ਵੀ ਉਹ ਉਪਦੇਸ਼ ਦਿਓ ਮਹਾਰਾਜ। ਮਾਤਾ ਜੀ ਥੋੜੇ ਦਿਨਾਂ ਵਿੱਚ ਇਸ ਪਦਵੀ ਤੇ ਪਹੁੰਚ ਗਏ ਤੇ ਉਹਦਾ ਪ੍ਰਮਾਣ ਹੈ ਵੀ ਮਾਤਾ ਜੀ ਬੈਠੇ ਬੈਠੇ ਆਪਣਾ ਚੋਲਾ ਤਿਆਗ ਗਏ ਹਨ। ਤੇ ਮਹਾਰਾਜ ਮੈਂ ਵੀ ਤੁਹਾਡੀ ਸ਼ਰਨ ਆਇਆ ਕਲਗੀਧਰ ਜੀ, ਜੇ ਮੈਨੂੰ ਅਧਿਕਾਰੀ ਸਮਝਦੇ ਹੋ ਤੇ ਮੈਨੂੰ ਉਸ ਯੋਗ ਦਾ ਭੇਦ ਦੱਸੋ ਜਿਹਦੇ ਨਾਲ ਮਾਤਾ ਜੀ ਨੇ ਚੋਲਾ ਛੱਡਿਆ ਹੈ। ਜਦੋਂ ਪਰਸਰਾਮ ਬੈਰਾਗੀ ਬੜਾ ਹੀ ਨਿਮਾਣਾ ਹੋ ਗਿਆ ਨਾ, ਮਹਾਰਾਜ ਦੇ ਚਰਨਾਂ ਦੇ ਢਹਿ ਹੀ ਪਿਆ, ਖੇੜੇ ਹੀ ਪੈ ਗਿਆ। ਉਹਦੀ ਸ਼ਰਧਾ ਵੇਖ ਕੇ ਦਇਆ ਦੇ ਘਰ ਚ ਆ ਗਏ, ਕਿਉਂਕਿ ਅਧਿਕਾਰੀ ਤੋਂ ਬਿਨਾਂ ਚੀਜ਼ਾਂ ਦਿੱਤੀਆਂ ਨਹੀਂ ਜਾ ਸਕਦੀਆਂ, ਜਣੇ ਖਾਣੇ ਨੂੰ ਥੋੜਾ ਦਿੱਤੀਆਂ ਜਾਂਦੀਆਂ। ਕਬੀਰ ਰਾਮ ਰਤਨ ਮੁਖ ਕੋਥਰੀ ਪਾਰ ਖਾ ਕੇ ਖੋਲ, ਕੋਈ ਆਏ ਮਿਲਾ ਕੋ ਗਾਹਕੀ ਦੇਖੋ ਮਹਿੰਗੇ ਮੋਲ ਤੇ ਮਹਿੰਗਾ ਸੌਦਾ ਸਿਰ ਦੇਣਾ ਪੈਂਦਾ। ਮਹਾਰਾਜ ਨੇ ਵੇਖਿਆ ਵੀ ਪਰਸਰਾਮ ਵੀ ਅਧਿਕਾਰੀ ਹੈ ਤਾਂ ਮਹਾਰਾਜ ਨੇ ਉਹਦੇ ਸਾਹਮਣੇ ਵੀ ਭੇਦ ਖੋਲ ਦਿੱਤਾ ਤੇ ਉਹਨੂੰ ਭਲੀ ਪ੍ਰਕਾਰ ਨਾਲ ਸਮਝਾ ਦਿੱਤਾ। ਮਹਾਰਾਜ ਇਹ ਥੋੜਾ ਕਹਿੰਦੇ ਸੀ ਵੀ ਤੂੰ ਘੋਰ ਸੰਪਰਦਾ ਦਾ ਵੀ ਤੈਨੂੰ ਨਹੀਂ ਦੱਸਣਾ, ਉਹਦਾ ਅਧਿਕਾਰੀ ਵੇਖਦੇ ਸੀ, ਕੱਪੜੇ ਨਹੀਂ ਸੀ ਵੇਖਦੇ। ਖਾਲਸਾ ਜੀ ਅਸੀਂ ਕੱਪੜੇ ਵੇਖਦੇ ਹਾਂ, ਬੰਦੇ ਦਾ ਧਰਮ ਦੇਖਦੇ ਹਾਂ, ਮਜ਼ਹਬ ਦੇਖਦੇ ਹਾਂ। ਗੁਰੂ ਐਸਾ ਨਹੀਂ ਦੇਖਦਾ, ਗੁਰੂ ਰੂਹ ਦੇਖਦਾ ਹੈ। ਮਹਾਰਾਜ ਕਹਿੰਦੇ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਅੱਗੇ ਕਿਸੇ ਦੀ ਜਾਤ ਥੋੜਾ ਵੇਖੀ ਜਾਣੀ ਵੀ ਕਿਹੜੀ ਜਾਤ ਦਾ, ਕਿਹੜੇ ਧਰਮ ਦਾ, ਕਿਹੜੇ ਮਜ਼ਹਬ ਦਾ, ਉਹਦੀ ਰੂਹ ਕਿਹੋ ਜਿਹੀ ਹੈ, ਖਿੜੀ ਹੋਈ ਹੈ ਤੇ ਉਹ ਪ੍ਰਵਾਨ ਹੈ। ਪਰਸਰਾਮ ਬੈਰਾਗੀ ਤੇ ਕਿਰਪਾ ਕਰਨ ਲੱਗੇ 10ਵੇਂ ਪਾਤਸ਼ਾਹ ਜੀ। ਹਾਂਜੀ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਜਥਾ ਜੋਗ ਸਾਧਨ ਦਾ ਤਰੀਕਾ ਦੱਸਦਾ। ਐਦਾਂ ਬਈ ਸਾਧਨਾ ਹੁੰਦੀ ਆ, ਜੁਗਤੀ ਆ ਤਰੀਕਾ ਹੈ। ਉਹ ਮਹਾਰਾਜ ਦੇ ਬਚਨ ਮੰਨ ਕੇ ਸਾਧਨਾ ਕਰਦਾ, ਉਹ ਵੀ ਪਰਮ ਪਦ ਨੂੰ ਪਹੁੰਚ ਗਿਆ, ਉਹਦੀ ਵੀ ਮੁਕਤੀ ਹੋ ਗਈ, ਜੋ ਉਹਨੂੰ ਚਾਹੀਦਾ ਸੀ ਉਹ ਮਿਲ ਗਿਆ। ਹਾਂਜੀ ਜੋਗ ਸਾਧ ਕੇ ਉਹ ਸੂਰਜ ਮਾਰਗ ਥਾਣੀ ਜੇ ਬ੍ਰਹਮ ਰੰਧਰ ਹੈ ਉਹਨੂੰ ਫੋੜ ਕੇ ਨਾ ਦਸਮ ਦੁਆਰ ਸਵਾਸ ਪਾਰ ਲੰਘ ਗਿਆ, ਪਾਰ ਹੋ ਗਿਆ ਭਵ ਸਾਗਰ ਤੋਂ। ਹਾਂਜੀ ਇਹ ਕਥਾ ਹੁਣ ਭਾਈ ਰਾਮ ਕੋਇਰ ਸਾਹਿਬ ਜੀ ਬ੍ਰਹਮ ਗਿਆਨੀ ਸੁਣਾ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ ਭਾਈ ਰਾਮ ਕੋਇਰ ਜੀ ਕਲਗੀਧਰ ਪਾਤਸ਼ਾਹ ਦੇ ਮੁੱਖ ਵਜ਼ੀਰ ਹਨ, ਜਿਨ੍ਹਾਂ ਨੇ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਉਹ ਹੁਣ ਖਾਲਸੇ ਨੂੰ ਕਥਾ ਸੁਣਾ ਰਹੇ ਨੇ। ਭਾਈ ਰਾਮ ਕੋਇਰ ਜੀ ਕਹਿੰਦੇ ਖਾਲਸਾ ਜੀ ਪ੍ਰੇਮ ਨਾਲ ਕਥਾ ਸੁਣੋ। ਜਦੋਂ ਮੈਂ ਦੇਖਿਆ ਵੀ ਮਾਤਾ ਜੀ ਵੀ ਦਸਮ ਦੁਆਰ ਸਵਾਸ ਚੜਾ ਕੇ ਗਏ ਨੇ ਤੇ ਪਰਸਰਾਮ ਬੈਰਾਗੀ ਵੀ ਮਹਾਰਾਜ ਤੋਂ ਦਾਤ ਲੈ ਗਿਆ, ਮੈਂ ਕਿਹਾ ਮੈਂ ਵੀ ਪੁੱਛ ਕੇ ਵੇਖ ਲਵਾਂ। ਮੈਂ ਵੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਯੋਗ ਦੀ ਵਿਧੀ ਦੱਸ ਦਿਓ। ਮਹਾਰਾਜ ਜਿਹੜੀ ਉਹ ਸਾਧ ਨੂੰ ਪਰਸਰਾਮ ਬੈਰਾਗੀ ਨੂੰ ਦਿੱਤੀ ਵਿਧੀ, ਮੈਨੂੰ ਵੀ ਉਹ ਜੁਗਤੀ ਦੱਸ ਦਿਓ। ਮੇਰੀ ਗੱਲ ਸੁਣ ਕੇ ਹੱਸ ਪਏ ਤੇ ਮੈਨੂੰ ਮੁਸਕਰਾ ਕੇ ਕਹਿਣ ਲੱਗੇ, ਮੈਨੂੰ ਗੱਲ ਨਾ ਲਾ ਲਿਆ। ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਮਹਾਰਾਜ, ਬਹੁਤ ਪਿਆਰ ਭਾਈ ਰਾਮ ਕੋਲ। ਮਹਾਰਾਜ 9 ਸਾਲ ਦੇ ਸੀ, ਗੁਰੂ ਕਲਗੀਧਰ ਪਾਤਸ਼ਾਹ ਜਦੋਂ ਗੱਦੀ ਤੇ ਬੈਠੇ ਤੇ ਰਾਮਗਿਰ 6 ਸਾਲ ਦੇ ਸੀ। ਗੋਦੀ ਚੁੱਕ ਕੇ ਲਿਆਂਦਾ ਉਹਨਾਂ ਨੂੰ, ਉਹਨਾਂ ਕੋਲੋਂ ਤਿਲਕ ਮਹਾਰਾਜ ਦੇ ਮੱਥੇ ਤੇ ਲਵਾਇਆ ਤੇ ਮਹਾਰਾਜ ਉਹਨਾਂ ਨੂੰ ਆਪਣਾ ਵਜ਼ੀਰ ਮੰਨਦੇ ਸੀ। ਬਾਬਾ ਬੁੱਢਾ ਸਾਹਿਬ ਦਾ ਰੂਪ ਸਮਝਦੇ ਸੀ, ਬਹੁਤ ਪਿਆਰ ਕਰਦੇ, ਗਲ ਨਾਲ ਲਾ ਲੈਂਦੇ ਸੀ। ਕਹਿੰਦੇ ਮੈਨੂੰ ਗਲ ਨਾਲ ਲਾ ਲਿਆ ਤੇ ਹੱਸ ਪਏ। ਬ੍ਰਹਮ ਆਤਮਾ ਸਚਦਾਨੰਦ ਕਹਿਣ ਲੱਗੇ, ਬੁੱਢਿਆ ਤੇਰੇ ਤੋਂ ਕਿਹੜੀ ਗੱਲ ਲੁਕੀ ਹੋਈ ਹੈ? ਬ੍ਰਹਮ ਆਤਮਾ ਸਤ ਚਿਤ ਆਨੰਦ ਹੈ। ਆਖੋ ਸ੍ਰੀ ਵਾਹਿਗੁਰੂ। ਇੱਕ ਹੀ ਸਾਗਰ ਤੇ ਬੂੰਦ ਇੱਕੋ ਹੀ ਹੈ, ਕਿਉਂ ਭਰਮ 'ਚ ਪਿਆ ਹੋਇਆ ਹੈ? ਗਿਆਨ ਭਇਓ ਸੁਖ ਭੋਗ ਬਿਲੰਦ। ਤੈਨੂੰ ਉਹ ਬ੍ਰਹਮ ਗਿਆਨ ਹੋਇਆ ਪਿਆ, ਤੈਨੂੰ ਪ੍ਰਕਾਸ਼ ਹੋਇਆ ਪਿਆ। ਹੁਣ ਤੂੰ ਯੋਗ ਸਾਧਨਾ ਤੋਂ ਕੀ ਲੈਣਾ? ਤੂੰ ਉਹਦਾ ਹੀ ਆਨੰਦ ਲੈ ਜਿਹੜਾ ਬ੍ਰਹਮ ਆਨੰਦ ਹੈ। ਆਖੋ ਸ੍ਰੀ ਵਾਹਿਗੁਰੂ।
ਵਿਸ਼ੇ ਆਨੰਦ ਬੂੰਦ ਹੈ ਤੇ ਸਾਧ ਸੰਗਤ ਜੀ ਜੋਗਾਨੰਦ ਨਦੀ ਹੈ, ਬ੍ਰਹਮਾਨੰਦ ਸਮੁੰਦਰ ਹੈ। ਤੂੰ ਤੇ ਬ੍ਰਹਮਾਨੰਦ ਸਮੁੰਦਰ 'ਚ ਪਹੁੰਚਿਆ ਹੋਇਆ, ਤੈਨੂੰ ਨਦੀਆਂ ਤੋਂ ਕੀ ਲੈਣਾ, ਤੂੰ ਜੋਗ ਤੋਂ ਕੀ ਲੈਣਾ, ਤੇਰਾ ਤੇ ਜੋਗ ਬਣਿਆ ਹੋਇਆ। ਹਾਂਜੀ, ਕਹਿਓ ਸ਼ਬਦ ਮੈਂ ਜੋ ਤਤ ਸਾਰ, ਜੋ ਬਾਣੀ ਵਿੱਚ ਤੈਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤਤ ਸਾਰ ਦੱਸ ਦਿੱਤਾ, ਸਾਰਾ ਭੇਦ ਖੋਲ ਦਿੱਤਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਸੋ ਤੋ ਪ੍ਰਾਪਤ ਇਹ ਉਦਾਰ, ਤੈਨੂੰ ਉਹ ਦਾਤ ਮਿਲ ਚੁੱਕੀ ਹੈ ਭਾਈ ਬ੍ਰਹਮ ਗਿਆਨੀ ਰਾਮ ਕੋਇਰ ਜੀ। ਤੂੰ ਬ੍ਰਹਮ ਰੂਪ ਹੈ, ਤੈਨੂੰ ਹੁਣ ਹੋਰ ਕੀ ਦਈਏ। ਬ੍ਰਹਮ ਗਿਆਨੀ ਤੁੱਤੇ ਕੁਛ ਹੈ ਨਹੀਂਗਾ। ਹਾਂਜੀ, ਅੰਤ ਕਾਲ ਜਬ ਹੋਵਹਿ ਤੋਰਾ, ਹੇ ਭਾਈ ਰਾਮ ਕੋਇਰ ਜੀ, ਜਦੋਂ ਤੁਹਾਡਾ ਅੰਤ ਸਮਾਂ ਆਵੇਗਾ ਤਾਹੇ ਸਮੈ ਦਰਸ਼ਨ ਹੋਏ ਮੋਰਾ, ਉਦੋਂ ਤੈਨੂੰ ਦਰਸ਼ਨ ਦਿਆਂਗੇ, ਪ੍ਰਤੱਖ ਦਰਸ਼ਨ ਹੋਣਗੇ ਸਾਡੇ। ਹਾਂਜੀ, ਮੋਹਿ ਚਰਨ ਕੋ ਸਿਖ ਮੁਖ ਅਹੈ, ਆ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਵਿੱਚੋਂ ਮੁਖੀ ਤੂੰ ਹੈ, ਉਹਨਾਂ ਵਿੱਚੋਂ ਮੁਖੀ ਸਿੱਖ ਹੈ ਤੂੰ। ਮਮ ਸਮੀਪਤਾ ਸਦ ਹੀ ਲਹੈ, ਜਿਹੜੇ ਚਰਨ ਪੋਲੀਏ ਸਿੱਖ ਨੇ ਨਾ, ਉਹਨਾਂ ਵਿੱਚੋਂ ਤੂੰ ਮੁੱਖ ਹੈ। ਚਰਨ ਪੋਲੀਏ ਅਜੇ ਰਹਿੰਦੇ ਸੀ, ਜਦੋਂ ਮਾਰੇ ਅੰਮ੍ਰਿਤ ਛਕਾਇਆ ਨਾ ਭਾਈ ਰਾਮ ਕੋਇਰ ਨੂੰ, ਕਹਿੰਦੇ ਅੰਮ੍ਰਿਤ ਛਕ ਲੈ, ਕਹਿੰਦਾ ਮਹਾਰਾਜ ਮੈਨੂੰ ਤੁਹਾਡੀ ਉੱਦਾਂ ਹੀ ਕਿਰਪਾ। ਮਹਾਰਾਜ ਕਹਿੰਦੇ ਕੇਸ ਰੱਖ ਲੈ, ਦਾੜੀ ਰੱਖੀ ਸੀ, ਕੇਸ ਮਸਤਾਨੇ ਕਰ ਛੱਡਦਾ ਸੀ। ਮਹਾਰਾਜ ਕਹਿੰਦੇ ਕੇਸ ਰੱਖ ਲੈ, ਕਹਿੰਦਾ ਮੇਰੇ ਅੰਦਰ ਨੂੰ ਹੀ ਵਧੇ ਹੋਏ ਨੇ। ਮਹਾਰਾਜ ਕਹਿੰਦੇ ਸਾਨੂੰ ਪਤਾ ਤੇਰੇ ਅੰਦਰ ਨੂੰ ਵਧੇ ਹੋਏ ਨੇ, ਪਰ ਖਾਲਸੇ ਦੀ ਮਰਿਆਦਾ ਦੱਸਣੀ ਹੈ ਨਾ ਇਹਨਾਂ ਨੂੰ, ਤੈਨੂੰ ਵੇਖ ਕੇ ਇਹ ਵੀ ਢਿੱਲੇ ਨਾ ਪੈ ਜਾਣ। ਕਹਿੰਦਾ ਸਤ ਬਚਨ ਜੀ, ਕੇਸ ਰੱਖ ਲੈ। ਫਿਰ ਦਮਦਮੇ ਸਾਹਿਬ ਅੰਮ੍ਰਿਤ ਛਕਾ ਕੇ ਨਾਂ ਗੁਰਬਖਸ਼ ਸਿੰਘ ਰੱਖਿਆ। ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਰਾਮ ਕੋਇਰ ਸਾਹਿਬ ਜੀ। ਮਹਾਰਾਜ ਕਹਿੰਦੇ ਤੇਰੇ ਸਾਡੇ 'ਚ ਭੇਦ ਹੀ ਕੋਈ ਨਹੀਂ, ਤੂੰ ਐਵੇਂ ਭਰਮ ਨਾ ਕਰ, ਤੈਨੂੰ ਬ੍ਰਹਮ ਗਿਆਨ ਦਿੱਤਾ ਹੈ। ਇਸ ਦਿਨ ਮਨ ਸਸ ਗੁਰ ਮਹਿਲਾਇਓ, ਦਿਨ ਰਾਤ ਤੇ ਮਨ ਗੁਰੂ ਵਿੱਚ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਤੇਰੇ ਤੋਂ ਤੇ ਓਹਲੇ ਹੁੰਦੇ ਹੀ ਨਹੀਂ। ਬਾਬੇ ਬੁੱਢੇ ਸਾਹਿਬ ਨੂੰ ਕਹਿਤਾ ਨਾ ਗੁਰੂ ਨਾਨਕ ਦੇਵ ਜੀ ਨੇ, ਬੁੱਢਿਆ ਮੈਂ ਤੇਰੇ ਤੋਂ ਓਹਲੇ ਨਾ ਹੋ ਸਾਂ। ਉਹ ਅੰਸ ਬੰਸ ਵਿੱਚ ਉੱਦਾਂ ਹੀ ਚੱਲਦੀ ਰਹੀ ਗੱਲ। ਭਾਈ ਰਾਮ ਕੌਰ ਜਦੋਂ ਬੁਰਹਾਨਪੁਰ ਤੋਂ ਵਾਪਸ ਮੋੜੇ 10ਵੇਂ ਪਾਤਸ਼ਾਹ ਨੇ, ਕਹਿਣ ਲੱਗੇ ਮਹਾਰਾਜ ਮੈਂ ਪੰਜਾਬ ਤੇ ਚਲਾ ਜਾਣਾ। ਮਾਤਾ ਚਲੀ ਗਈ ਸੀ ਨਾ ਪਿੱਛੇ, ਰੋਂਦੀ ਸੀ ਜਾ ਕੇ, ਮਹਾਰਾਜ ਮੇਰਾ ਪੁੱਤਰ ਭੇਜ ਦਿਓ ਮੇਰੇ ਨਾਲ ਘਰ ਵਾਪਸ। ਮਾਤਾ ਦਾ ਖਹਿੜਾ ਵੇਖ ਕੇ ਮਹਾਰਾਜ ਕਹਿੰਦੇ ਜਾ। ਕਹਿੰਦਾ ਮਹਾਰਾਜ ਮੈਂ ਕਿਵੇਂ ਜਾਵਾਂ, ਮੈਂ ਤਾਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦਾ। ਮਹਾਰਾਜ ਕਹਿੰਦੇ ਸ਼ਿਕਾਰ ਖੇਡਣ ਜਾਇਆ ਕਰੀ, ਸਾਡੇ ਦਰਸ਼ਨ ਸ਼ਿਕਾਰ ਖੇਡਦਿਆਂ ਨੂੰ ਹੋਇਆ ਕਰਨਗੇ। 40 ਸਾਲ 10ਵੇਂ ਪਾਤਸ਼ਾਹ ਤੋਂ ਬਾਅਦ ਬ੍ਰਹਮ ਗਿਆਨੀ ਭਾਈ ਰਾਮ ਕੌਰ ਜੀ ਰਹੇ ਹੈ। ਮਹਾਰਾਜ 1708 ਵਿੱਚ ਜੋਤੀ ਜੋਤ ਸਮਾਇਆ, ਉਹ 1748 'ਚ ਜੋਤੀ ਜੋਤ ਸਮਾਏ। 40 ਸਾਲ ਬਿਨਾਂ ਨਾਗਾ ਭਾਈ ਰਾਮ ਕੌਰ ਸ਼ਿਕਾਰ ਖੇਡਣ ਜਾਂਦੇ ਸ੍ਰੀ ਕਲਗੀਧਰ ਦੇ ਦਰਸ਼ਨਾਂ ਵਾਸਤੇ। ਆਖੋ ਸਤਿਨਾਮ ਸ੍ਰੀ। ਫਿਰ ਜਦੋਂ ਹਜ਼ੂਰ ਸਾਹਿਬ ਤੋਂ ਸਿੰਘ ਬੈਰਾਗੀ ਹੋ ਗਏ, ਜੋਤੀ ਜੋਤ ਸਮਾਨ ਮਹਾਰਾਜ ਦਾ ਵੇਖਿਆ ਤੇ ਉਹ ਸਾਰੇ ਬੈਰਾਗ ਹੋ ਗਏ। ਕੋਈ ਕਿਤੇ ਚਲੇ ਗਏ, ਮਨੀ ਸਿੰਘ ਜੀ ਕੋਲ ਚਲੇ ਗਏ, ਕੋਈ ਮਾਤਾ ਸੁੰਦਰੀ ਜੀ ਕੋਲ ਚਲੇ ਗਏ, ਕੋਈ ਬਾਬੇ ਦਰਗਾਹ ਸਿੰਘ ਜੀ ਹਰਿਦੁਆਰ ਚਲੇ ਗਏ, ਤੇ ਕੋਈ ਪਟਨੇ ਸਾਹਿਬ ਸਿੰਘ ਚਲੇ ਗਏ। 2 ਸਿੰਘਾਂ ਦਾ ਪਤਾ ਲੱਗਦਾ ਉਹ ਕਾਬਲ ਵੀ ਚਲੇ ਗਏ ਸੀਗੇ। ਇੱਦਾਂ ਸਿੰਘ ਖਿੰਡ ਗਏ ਹਜ਼ੂਰ ਸਾਹਿਬ ਤੋਂ। ਉਹਨਾਂ 'ਚੋਂ ਜਿਹੜਾ ਸਾਹਿਬ ਸਿੰਘ ਸੀ ਲਿਖਾਰੀ, ਉਹਦੇ ਨਾਲ 8-10 ਸਿੰਘ ਬਾਹਲੇ ਬੈਰਾਗੀ, ਉਹ ਰਮਦਾਸ ਪਿੰਡ ਬਾਬੇ ਰਾਮ ਕੌਰ ਜੀ ਕੋਲ ਆ ਗਏ। ਮਹਾਂਪੁਰਸ਼ੋ ਕਿਰਪਾ ਕਰੋ ਸਾਡੇ ਤੇ, ਤੁਸੀਂ ਸ਼ਿਕਾਰ ਖੇਡਣ ਜਾਂਦੇ, ਤੁਹਾਨੂੰ ਦਰਸ਼ਨ ਹੁੰਦੇ, ਸਾਨੂੰ ਨਾਲ ਲੈ ਚੱਲਿਆ ਕਰੋ। ਮਹਾਰਾਜ ਕਹਿੰਦੇ ਭਾਈ ਰਾਮ ਕੌਰ ਜੀ ਕਹਿੰਦੇ ਖਾਲਸਾ ਜੀ ਸਾਨੂੰ ਸ਼ਿਕਾਰ ਖੇਡਦਿਆਂ ਦਰਸ਼ਨ ਹੁੰਦੇ, ਤੁਹਾਨੂੰ ਸ਼ਾਇਦ ਨਾ ਹੋਣ, ਕਿਉਂਕਿ ਅਵਸਥਾ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਦੀ ਕਿਸੇ ਤਰ੍ਹਾਂ ਦੀ ਹੁੰਦੀ, ਕਿਸੇ ਦੀ ਕਿਸੇ ਤਰ੍ਹਾਂ ਦੀ ਹੁੰਦੀ। ਤੁਸੀਂ ਕਥਾ ਸੁਣਿਆ ਕਰੋ, ਤੁਹਾਨੂੰ ਕਥਾ 'ਚੋਂ ਦਰਸ਼ਨ ਹੋ ਜਾ ਕਰਨਗੇ। ਫਿਰ ਭਾਈ ਰਾਮ ਕੌਰ ਜੀ ਕਥਾ ਸੁਣਾਉਂਦੇ, ਸਾਹਿਬ ਸਿੰਘ ਲਿਖਾਰੀ ਲਿਖਦਾ ਜਾਂਦਾ। ਉਹ 500 ਸਾਖੀਆਂ ਬਣੀਆਂ, ਜਿਹਦੇ 'ਚੋਂ 100 ਸਾਖੀ ਆਪਾਂ ਸੁਣਦੇ ਆ, ਬਾਕੀ 400 ਅਲੋਪ ਹੋ ਗਈਆਂ। ਪਰ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰੀਆਂ ਪਹਿਲਾਂ ਸੂਰਜ ਪ੍ਰਕਾਸ਼ 'ਚ ਲਿਖ ਲਈਆਂ, ਤਾਂ ਸਾਡੇ ਕੋਲ ਇਤਿਹਾਸ ਪਹੁੰਚਿਆ ਗੁਰੂਆਂ ਦਾ। ਨਹੀਂ ਤੇ ਇਤਿਹਾਸ ਹੀ ਲੋਪ ਹੋ ਜਾਣਾ ਸੀ ਜੇ ਉਹ ਭਾਈ ਰਾਮ ਕੌਰ ਜੀ ਨਾ ਲਿਖਾਉਂਦੇ। ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ, ਤੁਰਿਆ ਅਵਸਥਾ 1000 ਵੇਲੇ ਤੀਤ ਰਹਿੰਦੇ। ਇਹ ਵੀ ਨਹੀਂ ਸੀ ਪਤਾ ਲੱਗਦਾ ਵੀ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਆਪਾਂ ਹੋਰ ਕੋਈ ਹਜ਼ਾਰਾਂ ਲੱਖਾਂ ਚੀਜ਼ਾਂ ਭੁੱਲ ਸਕਦੇ ਹਾਂ, ਭੁੱਖ ਤੇ ਰਜੇਵਾਂ ਆਪਾਂ ਨਹੀਂ ਭੁੱਲ ਸਕਦੇ। ਆਪਾਂ ਦੁਨੀਆ ਦੀ ਹਰ ਚੀਜ਼ ਭੁੱਲ ਸਕਦੇ ਹਾਂ, ਭੁੱਖ ਤੇ ਰਜੇਵਾਂ ਨਹੀਂ ਭੁੱਲ ਸਕਦੇ। ਭਾਈ ਰਾਮ ਕੌਰ ਸਾਹਿਬ ਨੂੰ ਸੇਵਾਦਾਰਾਂ ਨੇ ਕਹਿਣਾ ਮਹਾਂਪੁਰਸ਼ੋ ਲੰਗਰ ਤਿਆਰ ਹੈ, ਲਿਆਓ ਭਾਈ ਛਕ ਲੈਂਦੇ ਆ।
ਛਕੀ ਜਾਣਾ, ਛਕਦੇ ਖੁੱਲਾ ਸਨ, ਸਰੀਰ ਵੀ ਭਾਰਾ ਸੀਗਾ, ਥਾਲ ਭਰਿਆ, ਜਿੰਨਾ ਚਿਰ ਥਾਲ ਪਿਆ ਛਕੀ ਜਾਣਾ। ਸੇਵਾਦਾਰ ਨੂੰ ਕਹਿਣਾ, ਉਹ ਭਾਈ ਰਾਮਿਆ ਦੇਖ ਰਾਮਦਾਸ ਕੇ ਰੱਜੇ ਕਿ ਨਹੀਂ ਰੱਜੇ। ਉਹਨੇ ਇੰਚੀ ਟੇਪ ਦੇ ਨਾਲ ਪੇਟ ਮਿਲਣਾ ਵੀ ਜਿੰਨਾ ਕੁ ਪੂਰਾ ਹੋ ਗਿਆ, ਫੁੱਲ ਗਿਆ, ਉਹਨੇ ਕਹਿਣਾ ਹਾਂ ਮਹਾਰਾਜ ਰਾਮਦਾਸ ਕੇ ਰੱਜ ਗਏ। ਜੇ ਕਸਰ ਸੀ ਤੇ ਉਹਨੇ ਕਹਿਣਾ ਜੀ 2 ਪ੍ਰਸ਼ਾਦਿਆਂ ਦੀ ਕਸਰ ਹੈ, ਲਿਆ ਭਾਈ ਧਰ ਦੇ। ਨਾ ਪਤਾ ਰੱਜੇ ਆ, ਨਾ ਪਤਾ ਭੁੱਖੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥ ਹੈ, ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਐਸੀ ਅਵਸਥਾ ਦੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਜੀ ਕਹਿੰਦੇ, ਮੈਂ ਆਖਿਆ ਮਹਾਰਾਜ ਮਾਤਾ ਜੀ ਨੂੰ ਜੁਗਤੀ ਦੱਸੀ, ਮਾਤਾ ਜੀ ਚੋਲਾ ਛੱਡ ਗਏ। ਪਰਸਰਾਮ ਬੈਰਾਗੀ ਤੇ ਵੀ ਤੁਸੀਂ ਕਿਰਪਾ ਕਰਤੀ, ਮੇਰੇ ਤੇ ਵੀ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਤੇਰੇ ਤੇ ਬ੍ਰਹਮ ਗਿਆਨ ਦੀ ਕਿਰਪਾ ਕੀਤੀ, ਤੈਨੂੰ ਯੋਗ ਦੀ ਕੀ ਲੋੜ? ਤੇਰਾ ਤੇ ਯੋਗ ਪਹਿਲਾਂ ਹੀ ਬਣਿਆ ਪਿਆ, ਤੈਨੂੰ ਸਾਧਨਾ ਕਰਨ ਦੀ ਨਹੀਂ ਲੋੜ, ਤੂੰ ਤੇ ਪਹੁੰਚਿਆ ਹੋਇਆ ਟਿਕਾਣੇ ਤੇ। ਹਾਂਜੀ, ਨਹੀਂ ਵਿਕਾਰ ਸੁਹਣ ਕੋ ਪਾਇਓ, ਤੈਨੂੰ ਕੋਈ ਵਿਕਾਰ ਛੂ ਨਹੀਂ ਸਕਦਾ, ਤੇਰੇ ਤੇ ਕਿਰਪਾ ਹੈ ਸਾਡੀ। ਮੈਨੂੰ ਗੱਲ ਨਾਲ ਲਾ ਕੇ ਨਾ ਗੁਲਗੁਲਾਵੇਂ 'ਚ ਲੈ ਕੇ ਇੱਦਾਂ ਦੇ ਬਚਨ ਕਹਿੰਦੇ ਹੁੰਦੇ ਸੀ। ਮੈਨੂੰ ਇਹ ਬਚਨ ਕਹੇ, ਤੂੰ ਤੇ ਬੁੱਢਿਆ ਪਹਿਲਾਂ ਹੀ ਪਹੁੰਚਿਆ ਹੋਇਆ, ਤੈਨੂੰ ਕੀ ਯੋਗ ਸਿਖਾਈਏ? ਤੂੰ ਤਾਂ ਜੋਗੀ ਵੀ ਹੈ, ਬ੍ਰਹਮ ਗਿਆਨੀ ਵੀ ਹੈ, ਭਗਤ ਵੀ ਹੈ, ਸਿੱਖ ਵੀ ਹੈ, ਸਾਰਾ ਕੁਝ ਹੈ ਤੂੰ। ਹਾਂਜੀ, ਗੁਰੂ ਕਿਰਪਾਲ ਆਪਨ ਪਰ ਲਹਿਓ। ਮੈਂ ਸਮਝਿਆ ਵੀ ਮੇਰੇ ਤੇ ਬੜੇ ਦਿਆਲੂ ਨੇ, ਕਿਰਪਾ ਕਰਦੇ ਨੇ, ਜਿਹੜਾ ਮੈਨੂੰ ਗੱਲ ਨਾਲ ਲਾ ਲੈਂਦੇ ਨੇ। ਹੱਥ ਬੰਦ ਮੈਂ ਬੰਧਨ ਕੀਨ, ਮੈਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ। ਪਦ ਅਰਵਿੰਦਨ ਸਿਰ ਧਰ ਦੀਨ, ਮੈਂ ਉਹਨਾਂ ਦੇ ਖੜੇ ਹੋਏ ਸਨ ਤੇ ਮੈਂ ਪੈਰਾਂ ਤੇ ਸਿਰ ਧਰ ਦਿੱਤਾ। ਸੁਣੀਏ ਸਾਹਿਬ ਸਿੰਘ ਲਿਖਾਰੀ, ਭਾਈ ਰਾਮ ਕੌਰ ਜੀ ਕਹਿੰਦੇ ਸਾਹਿਬ ਸਿਆਂ ਲਿਖਾਰੀ ਸਿਆਂ ਸੁਣ, ਇਹ ਸਾਖੀ ਗੁਰ ਆਪ ਉਚਾਰੀ। ਇਹ ਸਾਰੀ ਸਾਖੀ ਗੁਰੂ ਨੇ ਕਹੀ ਹੈ, ਮੈਂ ਤੈਨੂੰ ਦੱਸ ਰਿਹਾ। ਜਿਹੜੀ ਗੁਰੂ ਸਾਹਿਬ ਦੇ ਬੋਲ ਮੈਂ ਉਹਨਾਂ ਦੇ ਜੋ ਸੁਣੇ ਨੇ, ਇੰਨ ਬਿਨ ਤੈਨੂੰ ਦੱਸੇ ਨੇ। ਮੋਹ ਕਹ ਦੀਨੀ ਕਿਰਪਾ ਕਰਕੇ, ਮੈਨੂੰ ਕਿਰਪਾ ਕਰਕੇ ਦਿੱਤੀ ਕਥਾ। ਮੈਂ ਨਹੀਂ ਕਹਿ ਰਿਹਾ, ਇਹ ਵੀ ਭਾਈ ਰਾਮ ਕੌਰ ਜੀ ਕਹਿੰਦੇ। ਅੱਜ ਤੁਹਾਨੂੰ ਮੈਂ ਸੁਣਾ ਰਿਹਾ, ਮੈਂ ਨਹੀਂ ਸੁਣਾ ਰਿਹਾ, ਇਹ ਗੁਰੂ ਸੁਣਾ ਰਿਹਾ। ਤੇ ਮੇਰੇ ਤੇ ਇੱਕ ਬਹਾਨਾ ਹੀ ਬਣਿਆ ਹੋਇਆ, ਮੇਰੀ ਜ਼ੁਬਾਨ ਤੋਂ ਕਿਰਪਾ ਕਰਕੇ ਮੈਨੂੰ ਦਾਨ ਦਿੱਤਾ ਸਤਿਗੁਰਾਂ ਨੇ। ਤੂੰ ਲਿਖ ਸਿੱਖਣ ਹੇਤ ਸੁਧਰ ਕੈ, ਤੂੰ ਖਾਲਸੇ ਲਈ ਲਿਖ ਕੇ ਰੱਖ ਦੇਈਂ, ਸਿੰਘ ਪੜ੍ਹਿਆ ਕਰਨਗੇ। ਦੇਖੋ ਪੁਰਾਣੇ ਸਿੰਘ ਖਾਲਸਾ ਜੀ ਕਿੰਨਾ ਖਿਆਲ ਰੱਖਦੇ ਸੀ, ਆਉਣ ਵਾਲੇ ਸਮੇਂ 'ਚ ਪੰਥ ਨੂੰ ਕੌਣ ਜੋੜ ਕੇ ਰੱਖੇਗਾ। ਇਹ ਇਤਿਹਾਸ ਦੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਸ਼ ਨਾ ਲਿਖਦੇ, ਭਾਈ ਰਾਮ ਕੌਰ ਜੀ ਵਰਗੇ ਨਾ ਕਿਰਪਾ ਕਰਦੇ, ਤੇ ਆਪਣੇ ਕੋਲ ਇਤਿਹਾਸ ਨਹੀਂ ਸੀ ਪਹੁੰਚਣਾ। ਉਹ ਕਹਿੰਦੇ ਤੂੰ ਸਿੰਘਾਂ ਵਾਸਤੇ ਲਿਖ ਕੇ ਰੱਖੀ ਸਾਹਿਬ ਸਿਆਂ, ਆਉਣ ਵਾਲੇ ਸਮੇਂ ਸਿੰਘ ਪੜ੍ਹ ਲਿਆ ਕਰਨਗੇ ਗੁਰੂ ਦੀ ਕਥਾ। ਸਭ ਸੁਖਦਾਇਕ ਗੁਰ ਕੀ ਕਥਾ, ਇਹ ਗੁਰੂ ਦੀ ਕਥਾ ਸਾਰੇ ਸੁੱਖ ਦੇਣ ਵਾਲੀ ਹੈ। ਇਹ ਗੁਰੂ ਦੀ ਕਥਾ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੀ। ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਇਹ ਮਹਾਰਾਜ ਦੀ ਕਥਾ ਖਾਲਸਾ ਜੀ ਆ ਪਿਛਲੇ 20-30 ਸਾਲ 'ਚ ਪਤਾ ਨਹੀਂ ਕਿਹੜਾ ਕਲਯੁਗ ਆ ਗਿਆ, ਗੁਰਦੁਆਰਿਆਂ 'ਚ ਸੂਰਜ ਪ੍ਰਕਾਸ਼ ਦੀ ਕਥਾ ਹੀ ਬੰਦ ਹੋ ਗਈ। ਨਹੀਂ ਤੇ ਆਪਣੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਕਥਾ ਹੁੰਦੀ ਸੀ। ਤੇ ਜਿਹੜੇ ਸ਼ਹਿਰ 'ਚ ਸਾਰੇ ਗੁਰਦੁਆਰਿਆਂ 'ਚ ਨਾ ਹੋਵੇ, ਵੱਡੇ ਗੁਰਦੁਆਰੇ 'ਚ ਜ਼ਰੂਰ ਕਥਾ ਵਾਲਾ ਸਿੰਘ ਰੱਖਦੇ ਸੀ ਵੀ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਰਹੇ। ਬੜੇ ਸਿੰਘਾਂ ਨੇ ਔਖੇ ਹੋ ਕੇ ਵੀ ਕਥਾ ਸੁਣੀ। ਬੁੱਢੇ ਦਲ ਦੇ ਜਥੇਦਾਰ ਹੋਏ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ, ਮਹਾਂਪੁਰਸ਼ ਬੜੇ, ਬਹੁਤ 100 ਸਾਲ ਦੇ ਉੱਤੇ ਉਮਰ ਹੋਈ ਉਹਨਾਂ ਦੀ। ਤੇ ਉਹਨਾਂ ਮਹਾਂਪੁਰਸ਼ਾਂ ਨੂੰ ਮਨ 'ਚ ਆਇਆ ਵੀ ਕਥਾ ਸੁਣਨੀ ਹੈ। ਸਾਰੇ ਕੰਮ ਛੱਡ ਕੇ ਤੇ ਸ਼ਹੀਦ ਬਾਗ ਆ ਕੇ ਪੜਾਅ ਲਾ ਲਿਆ। ਤੇ ਕੇਸਗੜ੍ਹ ਸਾਹਿਬ ਗਿਆਨੀ ਕਰਤਾਰ ਸਿੰਘ ਕਥਾ ਕਰਦੇ, ਤੇ ਕਥਾ ਸੁਣੀ ਸਾਰੀ। ਦੇਖੋ ਕਥਾ ਸੁਣਨ ਵਾਸਤੇ ਕਿੰਨੀ ਦੂਰੋਂ ਆਉਣਾ ਪੈਂਦਾ ਸੀਗਾ। ਹੁਣ ਤੇ ਮੋਬਾਈਲਾਂ 'ਚ, ਫੋਨਾਂ 'ਚ, ਘਰਾਂ 'ਚ ਸਭ ਥਾਂ 'ਤੇ ਕਥਾ ਹੁਣ ਸੁਣਦੇ ਹੀ ਕੋਈ ਨਹੀਂ। ਜੇ ਸੁਣਦੇ ਨਹੀਂ ਫਿਰ ਪਤਾ ਨਹੀਂ ਲੱਗਦਾ, ਫਿਰ ਐਵੇਂ ਵਾਦ ਵਿਵਾਦ ਵਤੰਡਾਵਾਦ ਸ਼ੁਰੂ ਕਰ ਲੈਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਭਾਈ ਖਾਲਸਾ ਜ਼ਰੂਰ ਸੁਣਿਆ ਕਰੋ। ਇਹਦਾ ਭਗਤੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਰੋਤਾ ਜਿਵ ਬਾਂਛਤ ਦੇ ਕਥਾ, ਇਹ ਕਥਾ ਜੋ ਤੁਹਾਨੂੰ ਮੰਗੋਗੇ ਨਾ ਮਿਲੇਗਾ। ਇਹ ਕਥਾ ਜੇ ਨਹੀਂ ਵੀ ਇਕੱਲੇ ਹੀ ਮੁਕਤੀ ਹੁੰਦੀ ਹੈ, ਭੁਗਤੀ ਵੀ ਮਿਲਦੀ ਹੈ, ਜੁਗਤੀ ਵੀ ਮਿਲਦੀ ਹੈ, ਮੁਕਤੀ ਵੀ ਮਿਲਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਨੂੰ ਆਪ ਕਰਾਏ। ਜੋ ਵੀ ਭਾਈ ਕਥਾ ਸੁਣਨ ਵਾਲਾ ਮੰਗੇ ਉਹਨੂੰ ਮਿਲ ਜਾਂਦਾ ਹੈ। ਜੇ ਕੋਈ ਸੰਸਾਰੀ ਬਿਰਤੀ ਰੱਖੇ ਵੀ ਮਹਾਰਾਜ ਮੇਰਾ ਕੋਈ ਕੰਮ ਨਹੀਂ ਬਣਦਾ,
ਮੇਰੇ ਪੁੱਤਰ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ ਠੀਕ ਹੁੰਦੀ, ਜਾਂ ਕੋਈ ਘਰ 'ਚ ਗਰੀਬੀ ਹੈ, ਉਹ ਮਹਾਰਾਜ ਦੀ ਕਥਾ ਦਸਾਂ ਗੁਰੂਆਂ ਦੀ ਸੁਣ ਲੈ ਸੂਰਜ ਪ੍ਰਕਾਸ਼ ਦੀ, ਉਹਨੂੰ ਉਹ ਦੁੱਖ ਤਕਲੀਫਾਂ ਵੀ ਦੂਰ ਹੋ ਜਾਂਦੀਆਂ ਅਤੇ ਨਾਲੇ ਉਹਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ। ਕਿੱਡਾ ਫਾਇਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਇਹ ਕਥਾ ਬਣਾ ਦਿੰਦੀ ਹੈ। ਅਦਭੁਤ ਲੀਲਾ ਕਰਤ ਗੁਸਾਈ। ਭਾਈ ਸਾਹਿਬ ਜੀ ਲਿਖਦੇ ਆ ਵੀ ਮਹਾਰਾਜ ਕਲਗੀਧਰ ਜੀ ਬੜੀ ਅਦਭੁਤ ਲੀਲਾ ਕਰਿਆ ਕਰਦੇ ਸੀ, ਰੋਜ਼ ਨਵੇਂ ਤੋਂ ਨਵੇਂ ਚੋਜ ਕਰਦੇ ਸੀ। ਅਨੰਦਪੁਰ ਸਾਹਿਬ 'ਚ ਰਹਿ ਕੇ ਦੇਖ ਦੇਖ ਜਗ ਰਹਿ ਸਮਾਈ। ਉਹਨਾਂ ਦੇ ਕੌਤਕ ਵੇਖ ਵੇਖ ਕੇ ਦੁਨੀਆ ਹੈਰਾਨ ਹੁੰਦੀ ਰਹਿੰਦੀ ਸੀ। ਵੀ ਅਚਰਜੀ ਕੌਤਕ ਸਨ ਕਲਗੀਧਰ ਜੀ ਦੇ। ਸਕਲ ਕਲਾ ਸਮਰਥ ਬਲ ਭਾਰੀ। ਮਹਾਰਾਜ ਸਮਰੱਥ ਸਰਬ ਕਲਾ, ਐਸਾ ਕੋਈ ਮਹਾਂਪੁਰਸ਼ ਸੰਸਾਰ ਤੇ ਅਵਤਾਰ ਪੀਰ ਪੈਗੰਬਰ ਹੋਇਆ ਹੀ ਨਹੀਂ ਜੈਸੇ ਸ੍ਰੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੋਏ। ਸਾਰੇ ਮਹਾਂਪੁਰਸ਼ ਸਤਿਕਾਰਯੋਗ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰੀਸ ਕੋਈ ਨਹੀਂ ਸੰਸਾਰ ਵਿੱਚ। ਸਾਰੇ ਅਵਤਾਰਾਂ ਸਿਰ ਅਵਤਾਰ, ਮਹਾਬਲੀ ਯੋਧੇ, ਗਿਆਨੀਆਂ ਦੇ ਗਿਆਨੀ, ਦਾਨੀਆਂ ਦੇ ਦਾਨੀ, ਭਗਤਾਂ ਚੋਂ ਭਗਤ, ਸੂਰਮਿਆਂ ਚੋਂ ਸੂਰਮੇ ਤੇ ਕਵੀਆਂ ਚੋਂ ਕਵੀ। ਕਿਹੜਾ ਗੁਣ ਹੈ ਜਿਹੜਾ ਮਹਾਰਾਜ ਦਸਵੇਂ ਪਾਤਸ਼ਾਹ 'ਚ ਨਹੀਂ ਹੈ? ਐਸੇ ਸਰਬ ਕਲਾ ਸਮਰੱਥ ਪਰਮੇਸ਼ਰ ਦੀ ਅਕਾਲ ਪੁਰਖ ਦੀ ਸ਼ਕਤੀ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਸ ਸਿਰਫ ਮਨੁੱਖੀ ਜੰਮ ਧਾਰਨ ਕੀਤਾ, ਉਹਦੀ ਮਰਿਆਦਾ ਅਨੁਸਾਰ ਮਨੁੱਖਾਂ ਦੀ ਤਰ੍ਹਾਂ ਵਿਚਰਦੇ ਹਨ। ਹੈ ਮਨੁੱਖ ਨਹੀਂ ਹਨ, ਹੈ ਤੇ ਪਰਮੇਸ਼ਰ ਹਨ, ਜੋਤ ਸਰੂਪ ਹਨ, ਅਕਾਲ ਪੁਰਖ ਨਿਰੰਕਾਰ ਦੀ ਮਹਾਂ ਸ਼ਕਤੀ ਹਨ। ਉਹ ਸੰਸਾਰ ਦਾ ਭਲਾ ਕਰਨ ਲਈ ਮਨੁੱਖੀ ਜਾਮਾ ਧਾਰਨ ਕੀਤਾ ਹੈ, ਇਸ ਜਾਮੇ 'ਚ ਆਏ ਨੇ, ਪਰ ਹੁਣ ਇਹਦੇ ਮਰਿਆਦਾ ਨਾਲ ਰਹਿਣਾ ਪੈਂਦਾ। ਉਹਦੇ ਇਸ ਕਰਕੇ ਆਪਣੀ ਸ਼ਕਤੀ ਜ਼ਾਹਰ ਨਹੀਂ ਹੋਣ ਦਿੰਦੇ। ਸ੍ਰੀ ਕਲਗੀਧਰ ਜੀ ਭੂਤ ਬੀਤ ਚੁੱਕੇ ਸਾਫ ਸਾਰੇ ਸਮੇਂ ਦਾ ਗਿਆਨ ਰੱਖਦੇ। ਤਾਂ ਹੀ ਤਾਂ ਦੱਸਦਾ ਨਾ ਪਿਛਲੇ ਜਨਮ ਹੇਮਕੁੰਟ ਸਾਹਿਬ ਕਿਵੇਂ ਤਪ ਕੀਤਾ। ਸਾਰੇ ਯੁੱਗਾਂ ਦੀ, ਕਰੋੜਾਂ ਯੁੱਗਾਂ ਦੀ ਗੱਲ ਦੱਸਦੀ ਮਹਾਰਾਜ ਨੇ, ਤੇ ਆਉਣ ਵਾਲੇ ਸਮੇਂ ਦੀ ਵੀ ਨੇਕ ਲੰਕ ਅਵਤਾਰ 'ਚ ਦੱਸਦੀ ਵੀ ਕਿਵੇਂ ਦੁਨੀਆ ਵਿਗੜੇਗੀ, ਕਿਵੇਂ ਲੜਾਈਆਂ ਦੰਗੇ ਹੋਣਗੇ, ਕਿਵੇਂ ਬਿਮਾਰੀਆਂ ਫੈਲਣਗੀਆਂ, ਕਿਵੇਂ ਦੁਨੀਆ ਪਾਪ ਕਰੇਗੀ, ਪਿਓ ਧੀ ਦਾ ਰਿਸ਼ਤਾ ਭੈਣ ਭਰਾ ਦਾ ਨਹੀਂ ਰਹੇਗਾ। ਉਹ ਸਾਰਾ ਪਹਿਲਾਂ ਲਿਖਤਾ ਆਉਣ ਵਾਲੇ ਸਮੇਂ ਦਾ। ਇਸ ਕਰਕੇ ਤਿੰਨਾਂ ਕਾਲਾਂ ਦੇ ਗਿਆਤਾ ਹੋਏ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਜੀ। ਹਾਂਜੀ, ਜੋ ਵੀ ਮਨ ਦੀ ਕਾਮਨਾ ਪੂਰੀ ਕਰ ਦਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਬੜਾ ਸੁੰਦਰ ਜਾਹੋ ਜਲਾਲ ਵਾਲਾ ਦਰਬਾਰ ਸਜਦਾ। ਮਹਾਰਾਜ ਸੱਚੇ ਪਾਤਸ਼ਾਹ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਸਭਾ ਵਿੱਚ ਬਹਿ ਕੇ ਦਰਸ਼ਨ ਦਿੰਦੇ ਹਨ। ਸੰਗਤਾਂ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ। ਬੜੇ ਬੜੇ ਗੁਣੀ, ਬੜੇ ਬੜੇ ਕਵੀ, ਬੜੇ ਬੜੇ ਪੰਡਤ, ਬੜੇ ਬੜੇ ਰਿਸ਼ੀ ਮੁਨੀ, ਬੜੇ ਬੜੇ ਵਿਦਵਾਨ, ਕਵੀ, ਸੰਗੀਤਕਾਰ ਮਹਾਰਾਜ ਦੇ ਦਰਬਾਰ 'ਚ ਬੈਠੇ ਹੀ ਰਹਿੰਦੇ। ਭਰਿਆ ਹੀ ਰਹਿੰਦਾ ਦਰਬਾਰ। 52 ਦੇ ਕਵੀ ਰੱਖੇ ਨੇ, ਸੰਗੀਤਕਾਰਾਂ ਦਾ ਕੋਈ ਹਿਸਾਬ ਨਹੀਂ, ਢਾਡੀਆਂ ਦਾ ਕੋਈ ਹਿਸਾਬ ਨਹੀਂ। ਬੜਾ ਵੱਡਾ ਦਰਬਾਰ ਹੈ ਮਹਾਰਾਜ ਦਾ। ਔਰ ਸਾਧ ਸੰਗਤ ਜੀ ਗੁਰੂ ਦੀ ਕਥਾ ਵਰਣਨ ਕਰਦੇ ਨੇ, ਕੁਝ ਸੁਣਦੇ ਨੇ। ਮਹਾਰਾਜ ਦੀ ਕੀਰਤੀ ਦੇ ਬੜੇ ਬੜੇ ਸੋਹਣੇ ਕਵਿਤ ਬਣਾਉਂਦੇ ਨੇ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਦੀ, ਭਉ ਪਿਆ ਭਵੀਖਣੇ ਨੂੰ ਲੰਕਾ ਗੜ ਵਸਣੇ ਦਾ, ਫੇਰ ਅਸਵਾਰੀ ਆਮਦੀ ਏ ਮਹਾਬਾਦੀ। ਐਡੇ ਐਡੇ ਕਵੀ ਮਹਾਰਾਜ ਦਸਵੇਂ ਪਾਤਸ਼ਾਹ ਦੀ ਉਸਤਤ ਕਹਿੰਦੇ ਦਰਬਾਰ ਵਿੱਚ। ਔਰ ਉਹ ਕਵਿਤਾ ਕਵੀਆਂ ਦੀ ਸੁਣਨ ਵਾਸਤੇ ਬੜੇ ਬੜੇ ਸਰੋਤੇ, ਬੜੇ ਬੜੇ ਸਿਆਣੇ ਲੋਕ ਆ ਕੇ ਸੁਣਦੇ ਨੇ। ਮਹਾਰਾਜ ਉਹਨਾਂ ਕਵੀਆਂ ਨੂੰ ਸੋਨੇ ਦੀਆਂ ਕਾਠੀਆਂ ਪਾ ਪਾ ਕੇ ਘੋੜੇ ਤੇ ਹਾਥੀ ਦਿੰਦੇ ਨੇ। ਬੜੇ ਜਵਾਹਰਾਤ, ਹੀਰੇ ਮੋਤੀ ਜੜ ਕੇ ਉਹਨਾਂ ਦੇ ਗਲ 'ਚ ਸੋਨੇ ਦੇ ਕੈਂਠੇ ਪਾਉਂਦੇ ਨੇ। ਛਾਪਾਂ, ਮੁੰਦਰੀਆਂ, ਕੜੇ ਗੁਰੂ ਗੋਬਿੰਦ ਸਿੰਘ ਜੀ ਨਾਮ ਦਿੰਦੇ ਨੇ। ਪੈਸਾ ਬੜਾ ਦਿੰਦੇ ਨੇ ਕਵੀਆਂ ਨੂੰ, ਮੋਤੀ ਬੜੇ ਦਿੰਦੇ ਨੇ, ਹੀਰੇ ਬੜੇ ਦਿੰਦੇ ਨੇ, ਰੇਸ਼ਮ ਦੇ ਕੱਪੜੇ ਦਿੰਦੇ ਨੇ ਵਧੀਆ ਵਧੀਆ ਕਵੀਆਂ ਨੂੰ। ਕਹਿੰਦੇ ਗੁਣੀ ਕਵੀ ਵਿਦਵਾਨ ਘਰ ਤੋਂ ਇਕੱਲੇ ਹੀ ਆਉਂਦੇ ਵਿਚਾਰੇ।
ਜਦੋਂ ਵਾਪਸ ਜਾਂਦੇ ਆ ਸੇਵਕਾਂ ਦੀ ਸੈਨਾ ਲੈ ਕੇ ਜਾਂਦੇ ਆ। ਭਾਵ ਜਦੋਂ ਮਹਾਰਾਜ ਕੋਲ ਆਉਂਦੇ ਉਹਦੇ ਵਿਚਾਰੇ ਇਕੱਲੇ ਆਉਂਦੇ ਆ, ਪਰ ਜਦੋਂ ਆਪਣੀ ਕਵਿਤਾ ਸੁਣਾਉਂਦੇ ਆ ਮਹਾਰਾਜ ਖੁਸ਼ ਹੁੰਦੇ। ਹਾਥੀ ਘੋੜੇ ਸੋਨਾ ਚਾਂਦੀ ਇੰਨਾ ਚੁਕਾ ਦਿੰਦੇ ਆ, ਉਹਨਾਂ ਕੋਲੋਂ ਇਕੱਲਿਆਂ ਕੋਲੋਂ ਚੁੱਕਿਆ ਨਹੀਂ ਜਾਂਦਾ। ਫਿਰ ਨਾਲ ਸਿੰਘ ਜਾਂਦੇ ਆ ਛੱਡਣ ਵਾਸਤੇ, ਉਹ ਨੌਕਰ ਜਾਂਦੇ ਆ। ਉਹ ਬੰਦਾ ਜਦੋਂ ਪਿੰਡ ਵਿੱਚ ਆਉਂਦਾ ਤਾਂ ਉਹਦੇ ਪਿੰਡ ਵਾਲੇ ਹੈਰਾਨ ਹੋ ਜਾਂਦੇ ਵੀ ਇਹ ਕਿੱਥੋਂ ਇੰਨਾ ਮਾਲ ਲੈ ਕੇ ਆ ਗਿਆ। ਫਿਰ ਪਤਾ ਲੱਗਦਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚੋਂ ਆਇਆ। ਮਾਲਾ ਮਾਲ ਕਰ ਦਿੰਦੇ ਨੇ। ਸਿੰਧ ਮੇਖਲਾ ਅਵਨੀ ਸਾਰੀ, ਸਮੁੰਦਰ ਸਾਰੀ ਧਰਤੀ ਜਿੰਨੀ ਵੀ ਹੈ, 7 ਜਿਹੜੇ ਦੀਪ ਹਨ, ਉਹਨਾਂ ਸਾਰੇ ਦੀਪਾਂ ਵਿੱਚ ਗੁਰੂ ਕਲਗੀਧਰ ਜੀ ਦਾ ਜਸ ਦਾ ਡੰਕਾ ਵੱਜਦਾ ਹੈ। ਕੀਰਤ ਪਸਰੀ ਸਸ ਉਜਿਆਰੀ, ਚੰਦਰਮਾ ਦੀ ਚਾਂਦਨੀ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਘਰ ਘਰ ਪਹੁੰਚ ਜਾਂਦੀ, ਕਲਗੀਧਰ ਜੀ ਦੀ ਮਹਿਮਾ ਘਰ ਘਰ ਪਹੁੰਚ ਗਈ ਹੈ। ਅਦ ਉਦਾਰਤਾ ਬਰਨਹ ਜਹ ਕਹਿ, ਜਿੱਥੇ ਕਿੱਥੇ ਇਹ ਗੱਲ ਕਹੀ ਜਾਂਦੀ ਵੀ ਐਡਾ ਖੁੱਲੇ ਦਿਲ ਦਾ ਦਾਨ ਦੇਣ ਵਾਲਾ ਗੁਣੀਆਂ ਨੂੰ ਕੋਈ ਨਹੀਂ ਵੇਖਿਆ। 60 ਹਜ਼ਾਰ ਰੁਪਈਆ ਇੱਕ ਕਵੀ ਨੂੰ ਦਿੱਤਾ, 18 ਕਵੀਆਂ ਦੀ ਡਿਊਟੀ ਲਾਈ। ਮਹਾਂਭਾਰਤ ਦੇ 18 ਪਰਬ ਨੇ, 18 ਦਾ 18 ਅਨੁਵਾਦ ਕਰਾਇਆ। ਅਤੇ ਸਾਧ ਸੰਗਤ ਜੀ ਜਿਹੜੇ ਹੋਰ ਵੇਦਾਂ ਪੁਰਾਣਾ ਸ਼ਾਸਤਰਾਂ ਸਿਮਰਤੀਆਂ, ਯੂਨਾਨ ਦੀਆਂ ਕਿਤਾਬਾਂ ਅਤੇ ਗਰੀਸ ਦੀਆਂ ਕਿਤਾਬਾਂ ਸਾਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ, ਅਰਬ ਦੀਆਂ, ਈਰਾਨ ਦੀਆਂ, ਤੁਰਾਨ ਦੀਆਂ, ਸਾਰਿਆਂ ਦੇ ਉਲੱਥੇ ਕਰਾ ਕੇ ਮੇਰਾ ਖਾਲਸਾ ਪੜ੍ਹੇਗਾ। ਪੰਜਾਬੀ ਵਿੱਚ ਸਾਰੇ ਲਿਖਾਤੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸਾਰੀ ਦੁਨੀਆ ਮਹਿਮਾ ਕਰਦੀ ਹੈ। ਮਹਿਦ ਪੀਰਤਾ ਸਮਨਹ ਮਹਿ ਮਹਿ, ਜਿੱਥੇ ਵਿਦਵਾਨ ਸਿਰੇ ਦੇ ਨੇ, ਦਾਨੀ ਸਿਰੇ ਦੇ ਨੇ, ਗਿਆਨੀ ਸਿਰੇ ਦੇ ਨੇ, ਗੁਰੂ ਸਿਰੇ ਦੇ ਨੇ, ਉੱਥੇ ਸੂਰਮੇ ਵੀ ਸਿਰੇ ਦੇ ਨੇ ਵੀ ਜਿਨ੍ਹਾਂ ਤੋਂ ਰੰਗ ਜੇਬ ਵੀ ਖੰਭ ਖਾਂਦਾ। 22 ਧਾਰ ਦੀਆਂ ਪਹਾੜੀਆਂ ਥਰ ਥਰ ਕੰਬਦੀਆਂ ਨੇ। ਹਿੰਦੁਸਤਾਨ ਦੇ 22 ਸੂਬੇ ਸਿਰ ਉੱਚਾ ਨਹੀਂ ਕਰਦੇ। ਉਹ ਮਹਾਂਬਲੀ ਯੋਧੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉਹਨਾਂ ਦੀ ਮਹਿਮਾ ਪਰੰਪਾਰ ਹੈ। ਸੋ ਖਾਲਸਾ ਜੀ ਆਉਣ ਵਾਲੇ ਕੁਝ ਦਿਨ ਜਿਵੇਂ ਮਹਾਰਾਜ ਚਾਹੁਣਗੇ ਸਤਿਗੁਰੂ ਜੀ ਦੀ ਕਥਾ ਆਪ ਜੀ ਸਰਵਣ ਕਰੋਗੇ, ਹਾਜ਼ਰੀਆਂ ਭਰਿਆ ਕਰੋ। ਭਾਈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਦਿਨਾਂ ਵਿੱਚ ਆਪਣੇ ਪਰਿਵਾਰ ਨੂੰ ਵਾਰ ਕੇ ਕਿਹਾ ਸੀ, ਅਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਤੇ ਨਾਲੇ ਮਹਾਰਾਜ ਦੇ ਪ੍ਰਕਾਸ਼ ਪੁਰਬ ਵੀ ਆਉਣੇ ਨੇ ਅਗਲੇ ਮਹੀਨੇ, ਇਸੇ ਮਹੀਨੇ ਆ ਕੇ ਸਮਝੋ। ਅਤੇ ਹਾਜ਼ਰੀਆਂ ਭਰੀਏ, ਜਨਮ ਸਫਲਾ ਕਰੀਏ। ਹੇ ਗੋਬਿੰਦ, ਹੇ ਗੋਪਾਲ।